जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहिगुरु जी। इतिहास पहले पातशाह जाहर पीर जगत गुरु कल तारण आए श्री गुरु नानक देव महाराज जी का है प्रसंग है भगत प्रहलाद दा। सतगुरु जगत जलंदे दा उधार करदियां तरत लुकाई नूं सोधदियां जिथे मक्के काबे गए उत्थे संगला दीप समेर पर्वत हिमालय पर्वत मान सरोवर तक सतगुरु गए ने। काग पसुंड ऋषि वर्गियां जड़ियां रब्बी प्यार वालियां रूहां सन वो भी मिलियां। इस दे विच भगत प्रहलाद की कथा आउंदी है कि भगत का जन्म किवें होया, उन्हां दे पिता हरनाकश का वध किवें होया, उन्हां ने भगती किवें कीती। तो इस कथा विच आपां सुन लिया है कि इहदे पिता जी का पिता दे भरा दा ये राक्षस सन, दैंत सन, इन्हां दा राज सी। इन्हां ने राज पा के देवते भजा दिते ते मुड़ के विष्णु जी ने वरा अवतार धारण करके हरनाकश का भरा मार दिता। उहदे बदले विच हरनाकश ने लखा साल भगती की, वर पाए, इथों तक कि इंद्र दे स्वर्ग तक भी उन्होंने कब्जा कर लिया। फिर जेड़े देवते सी वो जाके ब्रह्मा कोल पुकारे, भगत प्रहलाद का जन्म होया। हरनाकश दे 4 पुत्र सन, वड्डा प्रहलाद सी।
ਇਹਨੇ ਯਤਨ ਕੀਤਾ ਮੈਂ ਆਪਣੇ ਪੁੱਤਰ ਨੂੰ ਪੜ੍ਹਾਵਾਂ। ਕਹਿੰਦੇ ਨੇ ਕਿ ਜਿਹੜਾ ਬਾਪ ਬੱਚੇ ਨੂੰ ਨਾ ਪੜ੍ਹਾਵੇ ਉਸ ਤੋਂ ਵੱਡਾ ਕੋਈ ਬੱਚੇ ਦਾ ਦੁਸ਼ਮਣ ਨਹੀਂ ਹੋ ਸਕਦਾ। ਉਹਨੂੰ ਪਿਤਾ ਨਹੀਂ, ਉਹਨੂੰ ਸ਼ਤਰੂ ਕਰਕੇ ਮੰਨਣਾ ਹੈ। ਜੇ ਕੋਈ ਬਾਪ ਆਪਣੇ ਬੱਚੇ ਨੂੰ ਇਲਮ ਦੇਣ ਦੀ ਕੋਸ਼ਿਸ਼ ਨਹੀਂ ਕਰਦਾ। ਅੱਜ ਤੁਸੀਂ ਵੇਖਦੇ ਹੋ ਵੱਡੇ ਵੱਡੇ ਅਫੀਸਰਾਂ ਦੇ ਬੱਚੇ ਚੋਰ ਬਣ ਜਾਂਦੇ ਨੇ, ਨਸ਼ੇੜੀ ਬਣ ਜਾਂਦੇ ਨੇ। ਜੋ ਡਾਕਟਰ ਇੰਜੀਨੀਅਰ ਬਣਦੇ ਤੇ ਕਦੇ ਨਸ਼ੇੜੀ ਨਹੀਂ ਸੀ ਬਣ ਸਕਦੇ, ਸਾਈਕਲ ਚੋਰ ਨਹੀਂ ਸੀ ਬਣ ਸਕਦੇ, ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਐਸ਼ਵਰਜ ਦਿੱਤਾ, ਐਜੂਕੇਸ਼ਨ ਨਹੀਂ ਦਿੱਤੀ, ਸੁੱਖ ਸਹੂਲਤਾਂ ਦੇ ਦਿੱਤੀਆਂ, ਪੜ੍ਹਾਈ ਨਹੀਂ ਦਿੱਤੀ, ਗਿਆਨ ਨਹੀਂ ਦਿੱਤਾ। ਹਰਨਾਕਸ਼ ਨੇ ਯਤਨ ਕੀਤਾ ਬੱਚੇ ਨੂੰ ਪੜ੍ਹਾਉਣ ਦਾ। ਬੱਚੇ ਨੇ ਸੰਡੇ ਵਰਕੇ ਤੋਂ ਇਹ ਪੜ੍ਹਾਈ ਤਾਂ ਨਹੀਂ ਕੀਤੀ, ਪਰ ਜਿਹੜੀ ਰੱਬ ਵਾਲੀ ਪੜ੍ਹਾਈ ਸੀ ਉਲਟਾ ਸੰਡੇ ਮਰਕੇ ਦੇ ਬੱਚਿਆਂ ਨੂੰ ਵੀ ਪੜ੍ਹਾ ਦਿੱਤੀ। ਇਸ ਬੱਚੇ ਨੂੰ ਮਾਰਨ ਵਾਸਤੇ ਹਾਥੀ ਅੱਗੇ ਸੁੱਟਿਆ ਗਿਆ, ਅੱਗ ਵਿੱਚ ਸਾੜਨ ਦਾ ਯਤਨ ਕੀਤਾ, ਪਾਣੀ ਵਿੱਚ ਡੋਬਣ ਦਾ ਯਤਨ ਕੀਤਾ, ਪਹਾੜ ਤੋਂ ਸੁੱਟ ਕੇ ਮਾਰਨ ਦਾ ਯਤਨ ਕੀਤਾ, ਜ਼ਹਿਰੀਲੇ ਸੱਪ ਲੜਾ ਕੇ ਮੂੰਹ ਵਿੱਚ ਜ਼ਹਿਰ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਉਸ ਪ੍ਰਮਾਤਮਾ ਨੇ ਇਸ ਬਾਲਕ ਦੀ ਰੱਖਿਆ ਕੀਤੀ ਹੈ। ਫਿਰ ਸੰਡਾ ਮਰਕਾ ਕਹਿਣ ਲੱਗੇ, ਜੀ ਸਾਡੇ ਕੋਲ ਇੱਕ ਬ੍ਰਹਮ ਅਸਤਰ ਹੈ, ਵਰਨ ਅਸਤਰ, ਸਾਡੇ ਕੋਲ ਇੱਕ ਹਥਿਆਰ ਹੈ, ਜੇ ਤੁਸੀਂ ਕਹੋ ਤੇ ਅਸੀਂ ਇਸ ਬੱਚੇ ਨੂੰ ਆਪਣੇ ਘਰ ਲੈ ਜਾਈਏ। ਉਸ ਵਰਨ ਅਸਤਰ ਦੇ ਨਾਲ ਬੰਨ੍ਹ ਕੇ ਉਹਨੂੰ, ਅਰਥਾਂ ਦੇ ਵਿੱਚ ਨਾਗਪਾਸ਼ ਵੀ ਕਹਿੰਦੇ ਨੇ, ਕਿ ਅਸੀਂ ਬੱਚੇ ਨੂੰ ਰੱਖਾਂਗੇ, ਬੱਚਾ ਸਾਲੋ ਸਾਲ ਵੱਧਾ ਰਹੇਗਾ, ਜਦੋਂ ਵੱਡਾ ਹੋਏਗਾ ਵੇਖੀ ਜਾਏਗੀ। ਅੱਜ ਇੰਨੀ ਤਪਸ਼ ਕਰਨ ਦੀ ਕੀ ਲੋੜ ਹੈ? ਸੰਡਾ ਮਰਕਾ ਇਸ ਬੱਚੇ ਨੂੰ ਲੈ ਕੇ ਆਪਣੇ ਘਰ ਆ ਗਏ। ਹੁਣ ਇਹ ਕੀ ਕਰਦੇ ਨੇ? ਇਹ ਬਾਲਕ ਨੂੰ ਪੜ੍ਹਾਉਂਦੇ ਨੇ, ਪਰ ਬਾਲਕ ਕੀ ਕਰਦਾ ਹੈ? ਜਦੋਂ ਇਹ ਆਪਣੇ ਘਰਾਂ ਦੇ ਵਿੱਚ, ਘਰ ਦੇ ਕੰਮਾਂ ਵਿੱਚ ਪ੍ਰਵਿਰਤ ਹੁੰਦੇ ਨੇ, ਇਹ ਉਲਟਾ ਉਹਨਾਂ ਦੇ ਬੱਚਿਆਂ ਨੂੰ ਭਗਤੀ ਪੜ੍ਹਾਉਂਦਾ ਹੈ। ਉਹ ਭਗਤੀ ਤੋਂ ਉਲਟ ਪੜ੍ਹਾਉਂਦੇ ਨੇ। ਇਹ ਉਹਨਾਂ ਦੈਂਤਾਂ ਰਾਖਸ਼ਾਂ ਦੇ ਬੱਚਿਆਂ ਨੂੰ ਭਗਤੀ ਦੱਸਦਾ ਹੈ, ਧਰਮ ਦੱਸਦਾ ਹੈ। ਇੱਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਸੀ ਕਿ ਧਨੁਜ ਸੁਤੋ ਸੁਣੀਏ ਦੈ ਕਾਨਾ, ਕਰੋ ਪ੍ਰਾਣ ਨਿਜ ਕੋ ਕਲਿਆਣਾ, ਇਹ ਤਨ ਦੁਰਲਭ ਜਾਨੋ ਭਾਈ, ਪੁਨ ਸਥਿਰ ਨ ਜਗਤ ਰਹਾਈ। ਇਹ ਰਾਖਸ਼ਾਂ ਦੇ ਬੱਚਿਆਂ ਨੂੰ ਕਹਿੰਦਾ ਸੀ, ਇਹ ਸਰੀਰ ਸਦਾ ਰਹਿਣ ਵਾਲਾ ਨਹੀਂ ਹੈ, ਇਸ ਕਰਕੇ ਭਗਤੀ ਕਰ ਲਓ, ਨਹੀਂ ਤਾਂ ਇਹ ਸਰੀਰ ਬਿਨਸਨਹਾਰ ਹੈ। ਇਹ ਦੁਰਲਭ ਸਿਰਫ ਇਸ ਕਰਕੇ ਹੈ ਕਿ ਇੱਕ ਵਾਰੀ ਮਿਲਦਾ ਹੈ, ਮੁੜ ਕੇ ਮਿਲਦਾ ਹੀ ਨਹੀਂ। ਤੁਸੀਂ ਕਹੋ ਜੀ ਮਿਲਦਾ ਹੈ, 84 ਲੱਖ ਜੂਨਾਂ ਤੋਂ ਬਾਅਦ ਮਿਲਦਾ ਹੈ। ਹੁਣ ਉਹਨਾਂ 84 ਲੱਖ ਜੂਨਾਂ ਦੇ ਜੇ ਸਾਲ ਗਿਣ ਜਾਓਗੇ ਤੇ ਕਈ ਯੁੱਗ ਬੀਤ ਜਾਣੇ ਨੇ। ਵੇਖੋ ਪਹਿਲਾਂ ਤੇ 84 ਸ਼ਬਦ ਹੀ ਵੱਡਾ ਹੈ, 100 ਦੇ ਵਿੱਚੋਂ 16 ਘੱਟ ਰਹਿ ਜਾਂਦੇ ਨੇ। ਫਿਰ ਉਹ 84 ਕੇਵਲ 84, 100 ਨਹੀਂ, 84,000 ਨਹੀਂ, 84 ਲੱਖ। ਜੇ 16 ਲੱਖ ਹੋਰ ਜੋੜ ਦਈਏ ਤੇ ਕਰੋੜ ਜੂਨੀ ਬਣ ਜਾਂਦੀ ਹੈ। ਹਰ ਜੂਨੀ ਦੀ ਇੱਕ ਉਮਰ ਹੈ। ਤੁਹਾਡੇ ਘਰ ਕੀੜੀ ਹੈ,
ਤੁਹਾਡੇ ਘਰ ਬਿੱਲੀ ਹੈ, ਤੁਹਾਡੇ ਘਰ ਚਿੜੀ ਹੈ, ਕਬੂਤਰ ਹੈ, ਤੋਤਾ ਹੈ, ਗਊ ਹੈ, ਮੱਝ ਭੈਂਸ ਹੈ, ਹਰ ਇੱਕ ਦੀ ਉਮਰ ਹੈ। ਘੋੜਾ ਹੈ, ਕਿੰਨੀਆਂ ਕਿੰਨੀਆਂ ਲੰਬੀਆਂ ਉਮਰਾਂ ਕੁੱਤਾ ਹੈ। ਇਹ ਜੀਵ ਤੁਹਾਡੇ ਘਰ ਵਿੱਚ ਭੋਗ ਕੇ ਜਾਂਦੇ ਨੇ। ਹੁਣ ਤਾਂ ਲੋਕ ਸੱਪ ਵੀ ਘਰਾਂ ਵਿੱਚ ਰੱਖਦੇ ਨੇ। ਤੋ ਇਹਨਾਂ ਦੀ ਉਮਰ ਨੂੰ ਗਿਣ ਲੱਗ ਕੇ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅਰਬਾਂ ਸਾਲ ਚਾਹੀਦੇ ਨੇ, ਕਰੋੜਾਂ ਸਾਲ ਚਾਹੀਦੇ ਨੇ। ਇਸੇ ਕਰਕੇ ਇਹਨੂੰ ਦੁਰਲੱਭ ਆਖਿਆ। ਹਾਂਜੀ। ਸੇਵੋ ਸ਼੍ਰੀ ਪਤ ਚਰਨ ਸਿਰੂਜਾ, ਤਜੋ ਹਿਰਦੇ ਤੇ ਮਾਨ ਮਨੋਜਾ। ਇਸ ਕਰਕੇ ਬੱਚਿਓ, ਠੀਕ ਹੈ ਤੁਹਾਡਾ ਜਨਮ ਰਾਖਸ਼ਾਂ ਦੇ ਘਰ ਵਿੱਚ ਹੋਇਆ ਹੈ, ਪਰ ਦਿਨ ਰਾਤ ਜਿਹੜੇ ਸ਼੍ਰੀ ਪਤ ਨੇ ਪਰਮਾਤਮਾ ਨੇ, ਤੁਸੀਂ ਉਹਨਾਂ ਦੇ ਚਰਨਾਂ ਦਾ ਧਿਆਨ ਧਰਿਆ ਕਰੋ। ਤੁਸੀਂ ਆਪਣੇ ਮਨ ਦਾ ਮਾਣ ਛੱਡ ਦਿਓ, ਹੰਕਾਰ ਛੱਡ ਦਿਓ, ਕਾਮ ਕ੍ਰੋਧ ਛੱਡ ਕੇ ਉਸ ਪਰਮਾਤਮਾ ਨੂੰ ਸਿਮਰੋ। ਹੁਣ ਵੇਖੋ ਨਾ, ਇਹ ਦੋ ਚੀਜ਼ਾਂ ਰੱਬ ਦਾ ਨਾਂ ਕਿੱਥੇ ਲੈਣ ਦਿੰਦੀਆਂ ਨੇ। ਇਹ ਚੀਜ਼ਾਂ ਮਾੜੀਆਂ ਕਿਉਂ ਨੇ? ਕਿਉਂਕਿ ਬੰਦਾ ਸਾਰਾ ਦਿਨ ਮੈਂ ਹੀ ਕਰੀ ਜਾਂਦਾ ਹੈ। ਕਿ ਕ੍ਰੋਧ ਤੁਹਾਡੇ ਕੋਲੋਂ ਦੂਜੇ ਦੀ ਉਸਤਤ ਕਰਾਏਗਾ, ਦੂਜੇ ਦੀ ਉਸਤਤ ਸੁਣ ਕੇ ਤੇ ਕ੍ਰੋਧ ਚੜਿਆ, ਉਹ ਤੇ ਤੁਹਾਡੇ ਕੋਲੋਂ ਆਪਣੀ ਉਸਤਤ ਹੀ ਕਰਾਏਗਾ। ਭਾਈ ਇਹਨਾਂ ਨੂੰ ਛੱਡ ਕੇ ਭਗਤੀ ਕਰਨੀ ਹੈ। ਹਾਂਜੀ। ਨਿਸ ਦਿਨ ਸਿਮਰੋ ਨਾਮ ਮਹਾਨਾ, ਸਭ ਸੁਖ ਧਾਮ ਕਰਤ ਕਲਿਆਣਾ। ਤੇ ਇਹ ਸਿਮਰਨ ਦਿਨ ਰਾਤ ਕਰਨਾ ਹੈ। ਹੁਣ ਕਿਹੜਾ ਪਾਠ ਕਿੰਨੇ ਦਿਨ ਕਰਨਾ ਹੈ, ਕਿੰਨੇ ਵਾਰੀ ਕਰਨਾ ਹੈ? ਹੁਣ ਇਸ ਚੀਜ਼ ਨੂੰ ਧਰਮ 'ਚ ਕਿਹੜੀ ਥਾਂ ਹੈ? ਕੋਈ ਥਾਂ ਨਹੀਂ। ਕਿਉਂਕਿ ਧਰਮ ਕਹਿੰਦਾ ਹੈ ਕਿ ਸਾਸ ਸਾਸ ਸਿਮਰੋ ਗੋਬਿੰਦ। ਰੱਬ ਨੂੰ ਇੱਕ ਇੱਕ ਸਵਾਸ ਸਿਮਰਨਾ ਹੈ। ਹੁਣ ਇੱਕ ਇੱਕ ਸਵਾਸ ਕਿਵੇਂ ਸਿਮਰਿਆ ਜਾ ਸਕਦਾ ਹੈ? ਸੰਭਵ ਹੀ ਨਹੀਂ ਹੈਗਾ। ਸਾਡੀ ਦੁਨੀਆਦਾਰੀ ਦੀ ਪੜ੍ਹਾਈ 'ਚ ਇਹ ਗੱਲ ਫਿੱਟ ਹੋ ਹੀ ਨਹੀਂ ਸਕਦੀ, ਪੂਰੀ ਨਹੀਂ ਆ ਸਕਦੀ। ਪਰ ਇਹਦੀ ਉਦਾਹਰਨ ਬੜੀ ਪਿਆਰੀ ਹੈ ਕਿ ਦੋ ਸੱਜਣ ਤੁਰੇ ਜਾਂਦੇ ਨੇ ਬਾਜ਼ਾਰ ਦੇ ਵਿੱਚੋਂ। ਇੱਕ ਕਹਿੰਦਾ ਵੀ ਨਮਾਜ਼ ਦਾ ਵਕਤ ਹੋ ਗਿਆ, ਦੂਜਾ ਕਹਿੰਦਾ ਵੀ ਤੈਨੂੰ ਕਿਵੇਂ ਪਤਾ? ਕਹਿੰਦਾ ਮੈਂ ਬਾਂਗ ਸੁਣੀ ਹੈ। ਮਸਜਿਦ ਦੇ ਵਿੱਚੋਂ ਬਾਂਗ ਆਈ ਹੈ। ਉਹ ਕਹਿੰਦਾ ਵੀ ਤੇਰੇ ਕੰਨ ਐਵੇਂ ਹੀ ਵੱਜਦੇ ਰਹਿੰਦੇ ਨੇ। ਵੀ ਆਪਾਂ ਬਾਜ਼ਾਰ ਚੋਂ ਲੰਘ ਰਹੇ ਹਾਂ, ਇੰਨੀ ਭੀੜ ਹੈ, ਰਸ਼ ਹੈ, ਮੈਨੂੰ ਤਾਂ ਸੁਣੀ ਨਹੀਂ, ਤੈਨੂੰ ਕਿਵੇਂ ਸੁਣ ਗਈ? ਇਹਨੇ ਨੂੰ ਕੀ ਕੀਤਾ, ਉਸ ਬੰਦੇ ਨੇ ਜੇਬ ਚੋਂ ਸਿੱਕਾ ਕੱਢਿਆ ਤੇ ਹੌਲੀ ਜੀ ਪਿੱਛੇ ਹੱਥ ਕਰਕੇ ਸੁੱਟ ਦਿੱਤਾ। ਉਹ ਬੰਦਾ ਕਹਿੰਦਾ ਹੈ ਵੀ ਮੈਨੂੰ ਲੱਗਦਾ ਵੀ ਰੁਪਈਏ ਦੀ ਆਵਾਜ਼ ਆਈ ਹੈ, ਕੋਈ ਸਿੱਕਾ ਡਿੱਗਿਆ। ਹੁਣ ਉਹ ਜਿਹੜਾ ਵਿਅਕਤੀ ਨੇ ਸੁੱਟਿਆ ਸੀ, ਉਹ ਦੂਜੇ ਨੂੰ ਕਹਿੰਦਾ ਹੈ ਵੀ ਇੰਨੀ ਭੀੜ ਵਿੱਚ ਤੈਨੂੰ ਸਿੱਕਿਆਂ ਦੀ ਆਵਾਜ਼ ਕਿੱਥੋਂ ਆਈ ਜਾਂਦੀ ਹੈ? ਤੇਰੇ ਕੰਨਾਂ 'ਚ ਐਵੇਂ ਹੀ ਭਾਣ ਛੜਕਦੀ ਰਹਿੰਦੀ ਹੈ। ਕਹਿੰਦਾ ਨਹੀਂ, ਮੈਂ ਸੁਣਿਆ। ਕਹਿੰਦਾ ਬਸ ਫਿਰ ਇਦਾਂ ਹੀ ਹੈ ਵੀ ਤੈਨੂੰ ਮਾਇਆ ਦੀ ਆਵਾਜ਼ ਸੁਣਦੀ ਹੈ, ਮੈਨੂੰ ਰੱਬ ਦੀ ਆਵਾਜ਼ ਸੁਣਦੀ ਹੈ। ਤੁਸੀਂ ਵੇਖ ਲਓ, ਕਹਿੰਦੇ ਨੇ ਘਰ 'ਚ ਬੱਚਾ ਰੋਵੇ ਤੇ ਸਭ ਤੋਂ ਪਹਿਲਾਂ ਮਾਂ ਨੂੰ ਸੁਣਦਾ ਹੈ ਵੀ ਮਾਂ ਦੇ ਕੰਨਾਂ 'ਚ ਕਿਹੜੀ ਵਾਕੀ ਟਾਕੀ ਲੱਗੀ ਹੈ। ਸਿਰਫ ਗੱਲ ਇੰਨੀ, ਇੱਕ ਮਾਂ ਹੀ ਹੈ ਘਰ ਵਿੱਚ ਜਿਹਦਾ ਧਿਆਨ ਬੱਚੇ ਵਿੱਚ ਹੈ। ਇਸ ਕਰਕੇ ਬੱਚੇ ਦੀ ਆਵਾਜ਼ ਪਹਿਲਾਂ ਮਾਂ ਨੂੰ ਸੁਣਦੀ ਹੈ। ਇਹਨੂੰ ਤੁਸੀਂ ਆਪਣੇ ਤੇ ਵੀ ਲਾਗੂ ਕਰ ਸਕਦੇ ਹੋ। ਜਦੋਂ ਤੁਹਾਡਾ ਕਿਸੇ ਗੱਲ ਵਿੱਚ ਧਿਆਨ ਹੋਏਗਾ, ਤੁਸੀਂ ਦੂਜੀ ਗੱਲ ਵਿੱਚ ਜਿੰਨੇ ਮਰਜ਼ੀ ਮਸ਼ਰੂਫ ਹੋ ਜਾਇਓ, ਜਦੋਂ ਉਸ ਗੱਲ ਦਾ ਕੋਈ ਸੁਨੇਹਾ, ਕੋਈ ਮੈਸੇਜ ਆਏਗਾ, ਇੱਕਦਮ ਤੁਸੀਂ ਬੋਲੋਗੇ।
ਹੁਣ ਜਿਵੇਂ ਤੁਹਾਨੂੰ ਪਤਾ ਹੈ ਕਿ ਕਿਸੇ ਨੇ ਆਉਣਾ ਹੈ, ਤੁਸੀਂ ਕੰਮ 'ਚ ਲੱਗ ਗਏ, ਬੈਲ ਵੱਜੀ, ਤੁਸੀਂ ਕੰਮ ਨਹੀਂ ਛੱਡਿਆ, ਘਰਦਿਆਂ ਨੂੰ ਆਵਾਜ਼ ਦਿੱਤੀ ਬੂਹਾ ਖੋਲੋ ਫਲਾਣਾ ਬਾਹਰ ਆਇਆ ਹੋਣਾ ਹੈ, ਕਿਉਂਕਿ ਤੁਹਾਡਾ ਧਿਆਨ ਬਾਹਰ ਸੀਗਾ ਔਰ ਤੁਹਾਨੂੰ ਉਹਦੀ ਉਡੀਕ ਸੀ। ਵੈਸੇ ਵੀ ਸਿਮਰਨ ਦੇ ਆਖਰੀ ਅਰਥ ਜਿਹੜੇ ਨੇ ਉਹ ਯਾਦ ਨੇ। ਇਹ ਜਿਹੜਾ ਅਸੀਂ ਕਰਦੇ ਹਾਂ ਨਾ, ਹੁਣ ਭਾਵੇਂ ਤੁਸੀਂ ਰਾਮ ਰਾਮ ਕਰੋ, ਮੈਂ ਵਾਹਿਗੁਰੂ ਵਾਹਿਗੁਰੂ ਕਰਾਂ, ਇਹ ਕੀ ਹੈ? ਇਹ ਐਕਸਰਸਾਈਜ਼ ਹੈ। ਇਹ ਰਟਨ ਜਿਹੜਾ ਹੈ ਨਾ, ਇਹ ਐਕਸਰਸਾਈਜ਼ ਹੈ, ਤਾਂ ਕਿ ਇਹ ਗੱਲ ਤੁਹਾਡੇ ਚੇਤੇ ਵਿੱਚ ਬਹਿ ਜਾਏ। ਜਦੋਂ ਸਕੂਲਾਂ ਦੇ ਵਿੱਚ ਅਸੀਂ ਛੋਟੇ ਹੁੰਦੇ ਪਹਾੜੇ ਪੜ੍ਹਦੇ ਸੀ ਨਾ, ਤੇ ਮਾਸਟਰ ਦਾ ਕਹਿਣਾ ਹੁੰਦਾ ਸੀ ਵੀ ਆਵਾਜ਼ ਪਿੰਡ ਦੇ ਦੂਜੇ ਪਾਸੇ ਜਾਣੀ ਚਾਹੀਦੀ ਹੈ। ਨਿੱਕੇ ਨਿੱਕੇ ਹੁੰਦੇ ਸੀ, ਇੱਕ ਨੇ ਕਹਿਣਾ 1 ਦੂਣੀ ਦੂਣੀ, ਦੂਜੇ ਨੇ ਕਹਿਣਾ 2 ਦੂਣੀ 4। ਹੁਣ ਉੱਚੀ ਬੋਲਣ ਨਾਲ ਕੀ ਪਹਾੜੇ ਤੁਸੀਂ ਪਿੰਡ ਵਾਲਿਆਂ ਨੂੰ ਚੇਤੇ ਕਰਾਉਣੇ ਨੇ? ਭਾਵ ਇਹ ਹੁੰਦਾ ਹੈ ਕਿ ਉਹ ਅੰਦਰ ਆਪਣੇ ਅਵਸਥਾ ਲੈ ਕੇ ਆਓ ਕਿ ਜਦੋਂ ਹੋਰ ਕੋਈ ਚੇਤਾ ਧਿਆਨ ਨਾ ਹੋਵੇ। ਤੁਹਾਨੂੰ ਪਤਾ ਕੋਈ ਗੱਲ ਤੁਹਾਨੂੰ 1 ਸੈਕਿੰਡ 'ਚ ਚੇਤੇ ਹੁੰਦੀ, ਕਈ ਵਾਰੀ ਤੁਹਾਨੂੰ ਕੋਈ ਗੱਲ 1000 ਵਾਰੀ ਵੀ ਚੇਤੇ ਨਹੀਂ ਹੁੰਦੀ। ਕਈ ਬੰਦਿਆਂ ਦੇ ਤੁਸੀਂ ਨਾਂ ਰੋਜ਼ ਭੁੱਲ ਜਾਂਦੇ ਹੋ, ਟੈਲੀਫੋਨ ਨੰਬਰ ਭੁੱਲ ਜਾਂਦੇ ਹੋ, ਇੱਥੋਂ ਤੱਕ ਵੀ ਭੁੱਲ ਜਾਂਦੇ ਹੋ ਵੀ ਇਹ ਬੰਦਾ ਮੈਨੂੰ ਕਿੱਥੇ ਮਿਲਿਆ ਸੀ। ਤੇ ਕਈ ਬੰਦਿਆਂ ਨੂੰ ਤੁਸੀਂ ਪਿੱਛੋਂ ਵੇਖ ਕੇ ਵੀ ਕਹਿ ਦਿੰਦੇ ਵੀ ਉਹ ਫਲਾਣਾ ਅਮਕਾ ਆਦਮੀ ਜਾ ਰਿਹਾ ਅੱਗੇ ਆਪਣੇ, ਇਹ ਉੱਥੇ ਰਹਿੰਦਾ, ਇਹਦਾ ਕੰਮ ਹੈ, ਆਹ ਕਾਰੋਬਾਰ ਹੈ। ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣੇ ਧਿਆਨ ਵਿੱਚ ਲੈ ਕੇ ਆਏ ਕਿ ਉਦੋਂ ਤੁਹਾਡਾ ਧਿਆਨ ਖਿੰਡਿਆ ਹੋਇਆ ਤਾਂ ਨਹੀਂ ਸੀ, ਧਿਆਨ ਕਿਤੇ ਹੋਰ ਤਾਂ ਨਹੀਂ ਸੀ। ਜਿਹੜੀ ਗੱਲ ਤੁਹਾਡੇ ਦਿਲੋਂ ਦਿਮਾਗ ਵਿੱਚ ਬਹਿ ਜਾਏਗੀ, ਉਹ ਉਤਰ ਜਾਏਗੀ, ਉਹ ਕਦੇ ਮੁੜ ਕੇ ਭੁੱਲੇਗੀ ਨਹੀਂ। ਭਗਤ ਉਹਨਾਂ ਬੱਚਿਆਂ ਨੂੰ ਕਹਿੰਦਾ ਵੀ ਤੁਸੀਂ ਕਾਮ ਕ੍ਰੋਧ ਛੱਡ ਕੇ ਰੱਬ ਨੂੰ ਸਿਮਰਨਾ ਹੈ। ਤੇ ਸਿਮਰਨਾ ਕਿਵੇਂ ਹੈ? ਕਹਿੰਦੇ ਦਿਨ ਰਾਤ ਸਿਮਰਨਾ ਹੈ। ਹੁਣ ਸਾਡੀ ਸਾਰਿਆਂ ਦੀ ਹਾਲਤ ਕੀ ਹੈ? ਵੱਧ ਤੋਂ ਵੱਧ ਆਪਾਂ ਕਿੰਨੇ ਘੰਟੇ ਪਾਠ ਕਰਦੇ ਹੋਵਾਂਗੇ? 2 ਘੰਟੇ। ਜਿਹੜਾ ਬਹੁਤ ਧਰਮੀ ਬੰਦਾ ਹੋਵੇ, ਮੇਰਾ ਖਿਆਲ ਉਹ ਦਸਵੰਧ ਕੱਢਦਾ ਹੋਏਗਾ 24 ਘੰਟਿਆਂ ਚੋਂ ਕਿੰਨੇ ਬਣਨਗੇ ਦਸਵੰਧ ਦੇ? ਦੋ ਘੰਟੇ 40 ਮਿੰਟ ਬਣ ਜਾਣਗੇ। ਹੁਣ ਬਾਕੀ ਜਿਹੜੇ ਬਚੇ 21 ਘੰਟੇ ਤੇ ਕੁਝ ਮਿੰਟ, ਹੁਣ ਤੁਸੀਂ ਦੱਸੋ ਵੀ ਅਸਰ ਕਿਹਦਾ ਹੋਏਗਾ ਤੁਹਾਡੇ ਤੇ? 2 ਘੰਟਿਆਂ ਦਾ ਅਸਰ ਹੋਏਗਾ ਕਿ 21 ਘੰਟਿਆਂ ਦਾ ਅਸਰ ਹੋਏਗਾ? ਮਤਲਬ 21 ਘੰਟੇ ਝੂਠ ਬੋਲੋ, 21 ਘੰਟੇ ਗਾਣੇ ਸੁਣੋ, 21 ਘੰਟੇ ਭੰਗੜਾ ਪਾਓ, 21 ਘੰਟੇ ਬੇਈਮਾਨੀਆਂ ਕਰੋ, 21 ਘੰਟੇ ਤੁਸੀਂ ਰੰਗ ਤਮਾਸ਼ਿਆਂ 'ਚ ਰਹੋ, ਤੇ ਕਹੋ ਜੀ 2 ਘੰਟਿਆਂ ਦਾ ਅਸਰ ਨਹੀਂ ਹੋਇਆ। ਅਸਰ ਕਿੱਥੇ ਹੋਣਾ ਹੈ? ਟਾਈਮ ਤੇ ਉਨਾ ਹੀ ਹੈ ਨਾ। ਮਨੁੱਖੀ ਮਨ ਨੇ ਪ੍ਰਭਾਵ ਕਬੂਲਣਾ। 2 ਘੰਟਿਆਂ ਦਾ ਕਬੂਲੇ ਜਾਂ 21 ਘੰਟਿਆਂ ਦਾ ਕਬੂਲੇ? ਤੁਸੀਂ ਦੱਸ ਦਿਓ। ਕੋਈ ਹੈ ਦੁਨੀਆ ਦੀ ਥਿਊਰੀ ਜਿਹੜੀ ਕਹੇ ਵੀ 2 ਘੰਟੇ 21 ਘੰਟਿਆਂ ਤੇ ਭਾਰੂ ਹੋ ਸਕਦੇ ਨੇ? ਬਿਲਕੁਲ ਨਹੀਂ ਹੋ ਸਕਦੇ। ਸਵੇਰੇ ਵੀ ਜਿਹੜੀ ਗੱਲ ਗਿਆਨੀ ਸਾਹਿਬ ਸਿੰਘ ਹੋਰਾਂ ਨੇ ਆਖੀ ਹੈ ਉਹ ਇਹੀ ਹੈ। ਉਹ ਕਹਿੰਦੇ ਮੈਂ ਜਾਂਦਾ ਸੀ ਸੰਤ ਦਲੇਰ ਸਿੰਘ ਹੋਰਾਂ ਕੋਲੇ ਕਿ ਜੀ ਬਾਣੀ ਪੜ੍ਹਦੇ ਆ ਮਨ ਤੇ ਟਿਕਦਾ ਨਹੀਂ। ਉਹ ਕਹਿੰਦੇ ਭਾਈ ਗੱਲ ਬਾਣੀ ਪੜ੍ਹਨ ਨਾਲ ਨਹੀਂ ਬਣਨੀ, ਬਾਕੀ ਕੀ ਕਰਦੇ ਉਹ ਵੀ ਦੱਸੋ ਨਾ। ਜਿਹੜਾ ਬਾਕੀ ਤੁਹਾਡਾ ਕਰਮ ਕਾਂਡ ਹੈ, ਤੁਹਾਡੀਆਂ ਅੱਖਾਂ ਕੀ ਕਰਦੀਆਂ ਨੇ, ਕੰਨ ਕੀ ਕਰਦੇ ਨੇ, ਜ਼ੁਬਾਨ ਕੀ ਕਰਦੀ ਹੈ, ਗਿਆਨ ਇੰਦਰੇ ਕੀ ਕਰਦੇ ਨੇ, ਕਰਮ ਇੰਦਰੇ ਕੀ ਕਰਦੇ ਨੇ, ਉਹ ਉਹਨਾਂ ਦਾ ਪ੍ਰਭਾਵ ਨਹੀਂ ਪਏਗਾ। ਉਹਨਾਂ ਦਾ ਪ੍ਰਭਾਵ ਵੀ ਤਾਂ ਸਰੀਰ ਤੇ ਹੀ ਪੈਣਾ। ਕਿਹਦੇ ਤੇ ਪੈਣਾ? ਮੈਂ ਜਦੋਂ ਸ਼ਬਦ ਦੀ ਗੋਸ਼ਟੀ ਪਹਿਲੀ ਵਾਰੀ ਜ਼ਿੰਦਗੀ 'ਚ ਸੁਣੀ ਨਾ, ਇੱਥੇ ਦਿੱਲੀ ਫਿੱਕੀ ਆਡੀਟੋਰੀਅਮ 'ਚ, ਤੇ ਕਮਾਲ ਦੀ ਸੀ। ਉਹਨੇ ਸ਼ਬਦ ਦੇ ਉੱਤੇ ਉਹਦਾ ਸੰਵਾਦ ਸੀਗਾ। ਉਹ ਕਹਿੰਦਾ ਸ਼ਬਦ ਦੀ ਤਾਕਤ ਕਿੰਨੀ ਹੈ। ਹੁਣ ਸਾਡਾ ਤੇ ਗੁਰੂ ਸ਼ਬਦ ਹੈ। ਕਿਸੇ ਧਰਮ ਦੇ ਵਿੱਚ ਸ਼ਬਦ ਗੁਰੂ ਨਹੀਂ ਹੈ, ਸਿਰਫ ਸਿੱਖ ਧਰਮ 'ਚ ਸ਼ਬਦ ਗੁਰੂ ਹੈ, ਬਾਣੀ ਗੁਰੂ ਹੈ।
ਸ਼ਬਦ ਗੁਰ ਪੀਰਾ। ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਰਾਮ ਦਾ ਅਸਰ ਕਿੰਨਾ ਹੁੰਦਾ ਹੈ, ਅੱਲਾ ਦਾ ਅਸਰ ਕਿੰਨਾ ਹੁੰਦਾ ਹੈ, ਵਾਹਿਗੁਰੂ ਦਾ ਅਸਰ ਕਿੰਨਾ ਹੁੰਦਾ ਹੈ। ਕਹਿੰਦਾ ਤੁਸੀਂ ਕਿਸੇ ਨੂੰ ਖੋਤਾ ਕਹੋ, ਕਿਸੇ ਬੰਦੇ ਨੂੰ ਕਹੋ ਖੋਤਾ, ਕਹਿੰਦਾ ਉਹ ਤੋਂ ਬਾਅਦ ਉਹਦਾ ਅਸਰ ਵੇਖੋ। ਪੁੱਛੋ ਵੀ ਤੇਰੇ ਕੰਨ ਨਿਕਲ ਆਏ? ਨਹੀਂ। ਤੇਰੀ ਪੂਛ ਨਿਕਲ ਆਈ? ਨਹੀਂ। ਕਹਿੰਦਾ ਟੀਟਨੇ ਮਾਰਨੇ ਸ਼ੁਰੂ ਕਰ ਦੇਗਾ ਉਸੇ ਵੇਲੇ ਵੀ ਮੈਂ ਤੈਨੂੰ ਸਿਰਫ ਇੱਕ ਸ਼ਬਦ ਬੋਲਿਆ, ਮੈਂ ਤੈਨੂੰ ਖੋਤਾ ਕਿਹਾ। ਖੋਤੇ ਕਹਿਣ ਨਾਲ ਤੇਰੇ ਚਾਰ ਪੈਰ ਤਾਂ ਬਣੇ ਨਹੀਂ, ਤੇ ਟੀਟਨੇ ਕਿਉਂ ਮਾਰਦਾ ਬਈ? ਸ਼ਬਦ ਦੀ ਇੱਕ ਆਪਣੀ ਤਾਕਤ ਹੈ, ਸ਼ਬਦ ਦੀ ਇੱਕ ਆਪਣੀ ਸ਼ਕਤੀ ਹੈ। ਸ਼ਬਦ ਦੀ ਸਤਿਗੁਰੂ ਜੀ ਨੇ ਸ਼ਾਇਦ ਵੇਖੋ ਹੈ ਤੇ ਸਾਰਾ ਕੁਝ ਸ਼ਬਦ ਹੀ ਹੈ। ਗੁਰਬਾਣੀ ਤੇ ਇੱਥੋਂ ਤੱਕ ਮੰਨਦੀ ਹੈ ਕਿ ਏਕਾ ਕਵਾਓ, ਏਕੋ ਕਵਾਓ, ਕੀਤਾ ਪਸਾਓ। ਰੱਬ ਦੇ ਇੱਕ ਸ਼ਬਦ ਤੋਂ ਦੁਨੀਆ ਬਣੀ ਹੈ। ਕੀਤਾ ਪਸਾਓ, ਏਕਾ ਕਵਾਓ। ਇੱਕ ਅੱਖਰ ਤੋਂ ਰੱਬ ਦੇ ਬੋਲਣ ਤੋਂ ਦੁਨੀਆ ਬਣ ਗਈ। ਪਾਣੀ ਬਣ ਗਿਆ, ਚੰਦਰਮਾ ਬਣ ਗਿਆ, ਸੂਰਜ ਬਣ ਗਿਆ। ਅਸੀਂ ਫਿਰ ਕਹੀ ਜਾਂਦੇ ਸ਼ਬਦ ਗੁਰੂ ਕਿਵੇਂ ਹੋ ਸਕਦਾ ਜੀ, ਬਾਣੀ ਗੁਰੂ ਕਿਵੇਂ ਹੋ ਸਕਦੀ ਜੀ, ਬਾਬਾ ਗੁਰੂ ਚਾਹੀਦਾ। ਤੇ ਬਾਬਾ ਮੁੜ ਕੇ ਜਦੋਂ ਰਾਮ ਹਰੀ ਵਰਗਾ ਨਿਕਲ ਆਉਂਦਾ, ਮੁੜ ਕੇ ਆਪਾਂ ਸ਼ਰਮ ਦੇ ਮਾਰੇ ਦੱਸਦੇ ਵੀ ਨਹੀਂ ਵੀ ਸਾਡਾ ਟੱਬਰ ਵੀ ਸਰਸੇ ਜਾਂਦਾ ਸੀ। ਫਿਰ ਹੀ ਅਸੀਂ ਦੱਸਦੇ ਕਿਸੇ ਨੂੰ। ਜਦੋਂ CBI ਦੱਸਦੀ ਹੈ ਵੀ ਇਹਨੇ ਤੇ 15-16 ਹਜ਼ਾਰ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟ ਸੁੱਟੀ ਹੈ, ਫਿਰ ਅਸੀਂ ਨਹੀਂ ਦੱਸਦੇ ਵੀ ਸਾਡੀਆਂ ਧੀਆਂ ਭੈਣਾਂ ਵੀ ਉੱਥੇ ਜਾਂਦੀਆਂ ਸੀ। ਫਿਰ ਜਦੋਂ ਕੋਈ ਆਸਾ ਰਾਮ ਵਰਗਾ ਨਿਕਲ ਆਉਂਦਾ ਹੈ, ਕੋਈ ਰਾਮਪਾਲ ਵਰਗਾ ਨਿਕਲ ਆਉਂਦਾ ਹੈ, ਫਿਰ ਮੁੜ ਕੇ ਸਾਨੂੰ ਭੱਜਣ ਨੂੰ ਥਾਂ ਨਹੀਂ ਲੱਭਦੀ। ਜੇ ਗੁਰੂ ਕਹਿੰਦਾ ਵੀ ਬਾਣੀ ਨੂੰ ਮੰਨੋ ਤੇ ਉਹ ਗੱਲ ਸਾਨੂੰ ਹਜਮ ਨਹੀਂ ਹੁੰਦੀ। ਅਸੀਂ ਕਹਿੰਦੇ ਜੀ ਬਾਣੀ ਕਿਵੇਂ ਗੁਰੂ ਹੋ ਸਕਦੀ, ਬਾਣੀ ਰਾਹ ਕਿਵੇਂ ਦੱਸ ਸਕਦੀ ਹੈ। ਪੁੱਛੋ ਵੀ ਤੁਹਾਨੂੰ ਕਿਤਾਬਾਂ ਨੇ ਕਿਵੇਂ ਰਾਹ ਦੱਸਿਆ ਹੈ? ਤੁਸੀਂ ਕਹੋ ਜੀ ਮਾਸਟਰ ਨੇ ਦੱਸਿਆ ਹੈ। ਮਾਸਟਰ ਨੇ ਰਾਹ ਤੁਹਾਨੂੰ ਪ੍ਰਾਇਮਰੀ ਤੱਕ ਦੱਸਿਆ ਸੀ, 5ਵੀਂ ਤੱਕ। ਫਿਰ ਮਾਸਟਰ ਮਿਲੇ, ਉਹਨਾਂ ਨੇ ਤੁਹਾਨੂੰ ਹਾਈ ਸਕੂਲ ਤੱਕ ਦੱਸ ਦਿੱਤਾ, +2 ਤੱਕ ਦੱਸ ਦਿੱਤਾ, ਕਾਲਜ ਤੱਕ ਦੱਸ ਦਿੱਤਾ, ਯੂਨੀਵਰਸਿਟੀ ਤੱਕ ਦੱਸ ਦਿੱਤਾ। ਕਮਾਲ ਦੀ ਗੱਲ ਤੇ ਹੈ ਵੀ ਤੁਸੀਂ ਕਿਤਾਬਾਂ ਪੜ੍ਹੀਆਂ, ਤੁਹਾਡਾ ਗਿਆਨ ਉਹਨਾਂ ਕਿਤਾਬਾਂ ਤੱਕ ਸੀਮਤ ਹੋਣਾ ਚਾਹੀਦਾ ਸੀ। ਪਰ ਮੈਂ ਖੁਦ ਇਸ ਗੱਲ ਦਾ ਇਹ ਜਦੋਂ ਤੁਹਾਡੇ ਨਾਲ ਜ਼ਿਕਰ ਕਰਾਂਗਾ, ਤੁਸੀਂ ਖੁਦ ਸਹਿਮਤ ਹੋਵੋਗੇ ਕਿ ਜਿਨ੍ਹਾਂ ਨੇ ਕਿਤਾਬਾਂ ਪੜ੍ਹ ਕੇ ਪੜ੍ਹਾਈ ਕੀਤੀ, ਫਿਰ ਉਹਨਾਂ ਨੇ ਕਿਤਾਬਾਂ ਲਿਖੀਆਂ ਤੇ ਦੂਜੀ ਦੁਨੀਆ ਨੇ ਪੜ੍ਹਾਈ ਕੀਤੀ। ਦੇਖੋ ਮੈਂ ਤੇ ਪਿੰਡੂ ਆਦਮੀ ਆ, ਮੈਨੂੰ ਤਾਂ ਸਿੱਧਾ ਪਤਾ ਹੈ ਵੀ ਜਿਹੜੇ ਬੱਚੇ ਮਾਸਟਰ ਮਗਰ ਤੁਰੇ, ਮਾਸਟਰ ਨੇ ਕਿਹਾ ਵੀ ਕਾਕਾ ਮੂਲੀਆਂ ਲਿਆ, ਸਿਆਲ ਦੇ ਦਿਨ ਨੇ ਪਰੌਂਠੇ ਬਣਾਵਾਂਗੇ, ਸਾਗ ਲਿਆ ਮੱਕੀ ਦੀ ਰੋਟੀ ਨਾਲ ਖਾਵਾਂਗੇ, ਬਾਜਰਾ ਲਿਆ। ਜਿਹੜੇ ਬੱਚੇ ਮਾਸਟਰ ਮਗਰ ਤੁਰੇ ਉਹ ਮੁੜ ਕੇ ਸਾਰੀ ਉਮਰ ਭੇਡਾਂ ਬੱਕਰੀਆਂ ਮਗਰ ਤੁਰੇ। ਜਿਹੜੇ ਬੱਚੇ ਕਿਤਾਬਾਂ ਮਗਰ ਤੁਰੇ ਉਹ ਉਸੇ ਸਕੂਲ ਦੇ ਵਿੱਚ ਜਿਹੜੇ ਮਾਸਟਰ ਤੋਂ ਪੜ੍ਹੇ ਉਹ ਹੈਡਮਾਸਟਰ ਬਣ ਕੇ ਵੀ ਲੱਗੇ। ਕੀ ਇਹ ਗੱਲ ਠੀਕ ਹੈ ਕਿ ਨਹੀਂ ਠੀਕ? ਜਿਹੜੇ ਡਾਕਟਰਾਂ ਕੋਲੋਂ ਪੜ੍ਹ ਕੇ ਬੱਚੇ ਡਾਕਟਰ ਬਣੇ, ਉਹਨਾਂ ਹੀ ਡਾਕਟਰਾਂ ਦੇ ਉੱਤੇ ਆ ਕੇ ਵੱਡੇ ਅਫਸਰ ਬਣ ਕੇ ਵਿਦੇਸ਼ਾਂ ਤੋਂ ਪੜ੍ਹਾਈ ਕਰਕੇ ਬੱਚੇ ਆ ਕੇ ਲੱਗ ਗਏ। ਇਸ ਕਰਕੇ ਗਿਆਨ ਮਗਰ ਜਾਣਾ ਚਾਹੀਦਾ ਹੈ। ਅਸੀਂ ਦੋ ਚੀਜ਼ਾਂ ਨਾਲ ਜੁੜਦੇ ਹਾਂ, ਜਾਂ ਤੇ ਸਕੂਲ ਦੀਆਂ ਕੰਧਾਂ ਨਾਲ ਜੁੜਦੇ ਹਾਂ ਤੇ ਜਾਂ ਮਾਸਟਰਾਂ ਨਾਲ ਜੁੜਦੇ ਹਾਂ। ਜਿਹੜੇ ਹੋਸਟਲ 'ਚ ਬੈਠੇ ਰਹੇ ਉਹ ਵੀ ਕਿਤੇ ਨਹੀਂ ਗਏ, ਜਿਹੜੇ ਮਾਸਟਰਾਂ ਮਗਰ ਤੁਰੇ ਫਿਰਦੇ ਰਹੇ ਉਹ ਵੀ ਕਿਤੇ ਨਹੀਂ ਪਹੁੰਚੇ, ਜਿਹੜੇ ਪੜ੍ਹਾਈ ਮਗਰ ਤੁਰੇ ਉਹ ਮਾਸਟਰਾਂ ਦੇ ਵੀ ਮਾਸਟਰ ਬਣ ਗਏ। ਸਾਨੂੰ ਗੁਰੂ ਨੇ ਸ਼ਬਦ ਨਾਲ ਜੋੜਿਆ ਸੀ। ਮੈਂ ਫਿਰ ਬੇਨਤੀ ਕਰਾਂ, ਉਹ ਵਿਦਵਾਨ ਕਹਿੰਦਾ ਕਿਸੇ ਨੂੰ ਖੋਤਾ ਕਹਿ ਕੇ ਵੇਖੋ, ਉਸ ਤੋਂ ਬਾਅਦ ਤੁਹਾਨੂੰ ਸ਼ਬਦ ਦੀ ਤਾਕਤ ਸਮਝ ਆ ਜਾਏਗੀ ਵੀ ਏਡੀ ਵੱਡੀ ਤਾਕਤ ਹੈ ਸ਼ਬਦ ਦੀ। ਮੈਂ ਖੋਤਾ ਕਿਹਾ ਹੈ, ਖੋਤਾ ਕਹਿਣ ਨਾਲ ਕਿਸੇ ਦੇ 2 ਕੰਨ ਨਹੀਂ ਨਿਕਲਦੇ, ਕਿਸੇ ਦੀ ਪੂਛ ਨਹੀਂ ਨਿਕਲਦੀ, ਕਿਸੇ ਦੇ 4 ਪੈਰ ਨਹੀਂ ਬਣਦੇ। ਪਰ ਤੁਸੀਂ ਉਹਦੀ ਉਸ ਤੋਂ ਬਾਅਦ ਉਹਦੀ ਬਾਡੀ ਲੈਂਗੁਏਜ ਸੁਣ ਕੇ ਵੇਖੋ, ਉਹਦਾ ਫੇਸ ਇੰਪ੍ਰੈਸ਼ਨ ਪੜ੍ਹ ਕੇ ਵੇਖੋ, ਮਾਰਦਾ ਟੀਟਨੇ ਕਿ ਨਹੀਂ ਮਾਰਦਾ? ਉਹਨੇ ਤੁਹਾਨੂੰ ਉਦੋਂ ਹੀ ਲੰਮਾ ਪਾ ਲੈਣਾ ਵੀ ਆ ਥੱਲੇ ਉਤਰ, ਤੈਨੂੰ ਮੈਂ ਦੱਸਦਾ ਖੋਤਾ ਕਿਹਨੂੰ ਕਹੀਦਾ ਹੈ।
ਹਾਲਾਂਕਿ ਖੋਤਾ ਇੱਕ ਵਰਡ ਹੈ, ਸਿਰਫ ਇੱਕ ਸ਼ਬਦ ਹੈ। ਜੇ ਆਪਾਂ ਵਾਹਿਗੁਰੂ ਕਵਾਂਗੇ ਤੇ ਕੀ ਉਹਦਾ ਅਸਰ ਨਹੀਂ ਹੋਏਗਾ? ਤੁਸੀਂ ਕਿਸੇ ਨੂੰ ਮਾੜਾ ਬੋਲਦੇ ਹੋ, ਉਹਦਾ ਅਸਰ ਹੁੰਦਾ ਹੈ ਨਾ। ਚੇਤਾ ਰੱਖਣਾ, ਚੰਗਾ ਬੋਲੋਗੇ ਉਹਦਾ ਵੀ ਅਸਰ ਹੋਏਗਾ। ਜੇ ਕਿਸੇ ਨੂੰ ਚੰਗਾ ਬੋਲੋਗੇ ਤੇ ਉਹਦਾ ਵੀ ਅਸਰ ਹੋਏਗਾ। ਤੇ ਬੋਲੋਗੇ ਕੀ? ਉਹ ਵੀ ਸ਼ਬਦ ਹੈ, ਉਹ ਵੀ ਵਰਡ ਨੇ। ਤੋ ਭਗਤ ਪ੍ਰਹਿਲਾਦ ਨੇ ਉਹਨਾਂ ਬੱਚਿਆਂ ਨੂੰ ਦੱਸਿਆ ਵੀ ਤੁਹਾਨੂੰ ਦਿਨ ਰਾਤ ਸਿਮਰਨਾ ਪੈਣਾ ਹੈ। ਸਭ ਸੁਖ ਧਾਮ ਕਰਤ ਕਲਿਆਣਾ। ਤੇ ਰੱਬ ਕੌਣ ਹੈ? ਜਿਹੜਾ ਸਾਰੇ ਸੁਖ ਤੁਹਾਡੇ ਘਰ ਦੇਵੇਗਾ, ਹਰ ਪ੍ਰਕਾਰ ਦੀ ਕਲਿਆਣਤਾ ਕਰੇਗਾ। ਆਪਾਂ ਸਾਰੇ ਚਾਹੁੰਦੇ ਹਾਂ ਮੇਰੇ ਘਰ 'ਚ ਸੁਖ ਹੋਵੇ। ਅਸੀਂ ਸੋਚਦੇ ਵੀ ਸੁਖ ਹੋਏਗਾ ਫਰਿੱਜ ਲੈ ਆਈਏ, ਸੁਖ ਹੋਏਗਾ ਗੱਡੀ ਲੈ ਆਈਏ, ਸੁਖ ਹੋਏਗਾ ਗੀਜ਼ਰ ਲੈ ਆਈਏ, ਸੁਖ ਹੋਏਗਾ ਪ੍ਰੈਸ ਲੈ ਆਈਏ। ਇਹ ਚੀਜ਼ਾਂ ਸੁਖ ਦੀਆਂ ਪ੍ਰਤੀਕ ਨੇ। ਇਹ ਚੀਜ਼ਾਂ ਸੁਖ ਦੀ ਗਰੰਟੀ ਨਹੀਂ ਹੈ। ਸੁਖ ਤੇ ਤਾਂ ਹੋਏਗਾ ਜੇ ਰੱਬ ਚਾਹੇਗਾ। ਤਾਂ ਰੱਬ ਚਾਹਵੇ ਤੇ ਇਹਨਾਂ ਚੀਜ਼ਾਂ ਤੋਂ ਬਿਨਾਂ ਵੀ ਸੁਖ ਹੁੰਦਾ ਹੈ। ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸੁਖ ਇੱਕ ਅਵਸਥਾ ਹੈ। ਚੇਤਾ ਰੱਖਣਾ, ਸੁਖ ਵਸਤੂ ਨਹੀਂ ਹੈ, ਅਵਸਥਾ ਹੈ। ਤੁਹਾਡੀ ਸੁਰਤੀ ਬਿਰਤੀ ਦੀ ਇੱਕ ਪੱਧਤੀ ਹੈ। ਤੁਸੀਂ ਮੰਨੋ ਤੇ ਸੁਖ ਹੈ, ਨਾ ਮੰਨੋ ਤੇ ਸੁਖ ਹੈ ਨਹੀਂ। ਹੁਣ ਵੇਖੋ ਨਾ, ਅੱਜ ਕੋਈ ਆਦਮੀ ਦੁਖੀ ਹੈ, ਉਹਦਾ ਰਕਸ਼ਾ ਨਹੀਂ ਚੱਲਦਾ, ਉਹਦੀ ਦੁਕਾਨ ਨਹੀਂ ਚੱਲਦੀ, ਮੈਂ ਸਮਝ ਰਿਹਾ। ਫਿਰ ਇੱਕ ਅਮੀਰ ਆਦਮੀ ਦੁਖੀ ਹੈ, ਪੁੱਛੋ ਕਿਹੜੀ ਗੱਲੋਂ? ਕਹਿੰਦਾ ਗਿਆਨੀ ਜੀ 4 ਫੈਕਟਰੀਆਂ ਨੇ, ਇੱਕ ਬੰਦ ਪਈ ਹੈ। ਦੱਸੋ ਵੀ ਉਹਦੇ ਦੁੱਖ ਦੀ ਹੁਣ ਤੁਸੀਂ ਕੋਈ ਉਹਦੀ ਮਦਦ ਕਰ ਸਕਦੇ ਹੋ? ਤੁਸੀਂ ਕਿ 3 ਫੈਕਟਰੀਆਂ ਨਾਲ ਤੇਰੇ ਬੱਚਿਆਂ ਦੀ ਰੋਟੀ ਨਹੀਂ ਪੂਰੀ ਹੁੰਦੀ, ਜਾਂ ਪੈਟਰੋਲ ਨਹੀਂ ਪੂਰਾ ਹੁੰਦਾ, ਜਾਂ ਟੈਲੀਫੋਨ ਦੇ ਬਿੱਲ ਨਹੀਂ ਪੂਰੇ ਹੁੰਦੇ, ਵੀ ਤੇਰੇ ਦੁੱਖ ਦਾ ਇਲਾਜ ਹੈ ਹੀ ਨਹੀਂ ਧਰਤੀ ਤੇ, ਜਿੱਥੇ ਮਰਜ਼ੀ ਤੁਰਿਆ ਫਿਰ ਤੂੰ। ਇਹ ਅਵਸਥਾ ਹੈ। ਸਾਡੀ ਦੂਜੀਆਂ ਕੌਮਾਂ ਨਾਲ ਕਿਉਂ ਨਹੀਂ ਗੱਲ ਬਰਾਬਰ ਆਉਂਦੀ? ਕਿਉਂ ਸਾਨੂੰ ਗੁਰੂ ਨੇ ਸਿਖਾਇਆ ਕਿ ਤੁਸੀਂ ਆਪਣੇ ਥੋੜੇ ਚੋਂ ਵੀ ਵੰਡ ਲੈਣਾ ਹੈ। ਪਰ ਇਹ ਦੁਨੀਆ ਇੰਨੀ ਅਮੀਰ ਬੈਠੀ ਹੈ, ਉਹ ਭਰੇ ਘਰ ਚੋਂ ਵੀ ਨਹੀਂ ਵੰਡ ਸਕਦੀ। ਲੋਕ ਪੁੱਛਦੇ ਨੇ ਤੁਸੀਂ ਲੰਗਰ ਕਿਵੇਂ ਲਾ ਲੈਂਦੇ ਹੋ ਜੀ? ਲੰਗਰ ਲਾਉਣਾ ਸਾਡੇ ਮਨ ਦੀ ਅਵਸਥਾ ਸਾਨੂੰ ਗੁਰੂ ਨੇ ਸਮਝਾ ਦਿੱਤਾ ਹੈ ਕਿ ਜਿੰਨਾ ਵੰਡੇਗਾ ਉਹਨਾਂ ਰੱਬ ਤੈਨੂੰ ਬਹੁਤਾ ਦੇਵੇਗਾ। ਬਸ ਇਸ ਕਰਕੇ ਸਾਡੇ ਕੋਲ ਥੋੜਾ ਵੀ ਹੋਵੇ ਅਸੀਂ ਤਾਂ ਵੀ ਵੰਡ ਲੈਂਦੇ ਆ। ਤੇ ਜਿਹਦੀ ਇਹ ਅਵਸਥਾ ਨਹੀਂ ਹੈ, ਉਹਦੇ ਕੋਲ ਨੂੰ ਜਿੰਨਾ ਮਰਜ਼ੀ ਦੇ ਦਿਓ, ਉਹ ਕਹੇਗਾ ਜੀ ਜਦੋਂ ਸਟੋਰੇਜ ਹੋਏਗਾ, ਜਦੋਂ ਓਵਰਫਲੋ ਹੋਏਗਾ, ਜਦੋਂ ਡੁੱਲ ਡੁੱਲ ਕੇ ਬਾਹਰ ਡਿੱਗੇਗਾ ਤੇ ਫਿਰ ਵੰਡ ਲਾਂਗੇ। ਉਹ ਮੇਰੇ ਵਰਗਾ ਆਦਮੀ ਸੀ ਨਾ, ਉਹ ਕਹਿੰਦਾ ਵੀ ਆਪਾਂ ਤੇ ਰੱਬ ਨਾਲ ਸ਼ੇਅਰ ਕਰੀਦਾ ਜਦੋਂ ਪੈਸਾ ਮਿਲੇ। ਕਹਿੰਦਾ ਕਿਵੇਂ? ਕਹਿੰਦਾ ਉੱਪਰ ਨੂੰ ਸੁੱਟ ਦੀਦਾ ਤੇ ਰੱਬ ਨੂੰ ਕਹੀਦਾ ਵੀ ਜਿਹੜੇ ਤੇਰੇ ਨੇ ਤੂੰ ਰੱਖ ਲਾ, ਬਾਕੀ ਥੱਲੇ ਆਉਣ ਦੇ, ਜਿਹੜੇ ਥੱਲੇ ਆਉਣਗੇ ਮੇਰੇ। ਹੁਣ ਇਸ ਅਵਸਥਾ ਵਿੱਚ ਤੁਸੀਂ ਸੋਚੋ ਵੀ ਕੋਈ ਲੰਗਰ ਲਾਏਗਾ? ਨਹੀਂ, ਉਹ ਬੈਂਕ 'ਚ ਤੇ ਛੱਡ ਜਾਏਗਾ ਪਰ ਕਿਸੇ ਦੇ ਮੂੰਹ 'ਚ ਨਹੀਂ ਪਾਏਗਾ। ਭਗਤੀ ਦਾ ਰਸਤਾ ਕੁਝ ਹੋਰ ਹੈ। ਭਗਤੀ ਦੇ ਮਾਪ ਤੋਲ, ਪੈਰਾਮੀਟਰ ਸਾਰੇ ਵੱਖਰੇ ਨੇ। ਭਗਤੀ ਕਰਨ ਵਾਸਤੇ ਤੁਹਾਨੂੰ ਮੰਨਣਾ ਪਏਗਾ ਕਿ ਸੁੱਖਾਂ ਦਾ ਧਾਮ ਕੌਣ ਹੈ, ਕਲਿਆਣਤਾ ਕੌਣ ਦੇ ਸਕਦਾ ਹੈ। ਉਹ ਸਿਰਫ ਕੇਵਲ ਤੇ ਕੇਵਲ ਪਰਮਾਤਮਾ ਹੈ। ਤਜੋ ਭੋਗ ਹਿਤ ਕਰਨ ਉਪਾਈ, ਇਹ ਸਭ ਜੋ ਨ ਬਿਖੈ ਕਰ ਆਈ। ਨਹੀਂ, ਭੋਗ ਛੱਡ ਦਿਓ, ਭੋਗਾਂ ਵਾਸਤੇ ਉਪਾਅ ਵੀ ਛੱਡ ਦਿਓ। ਬੜੀਆਂ ਜੂਨਾਂ ਨੇ, ਤੁਸੀਂ ਬੱਚੇ ਪੈਦਾ ਕਰ ਸਕਦੇ ਹੋ। ਬੜੀਆਂ ਜੂਨਾਂ ਨੇ, ਤੁਸੀਂ ਪਤੀ ਪਤਨੀ ਦਾ ਸੁੱਖ ਵੀ ਪ੍ਰਾਪਤ ਕਰ ਸਕਦੇ ਹੋ। ਬੜੀਆਂ ਜੂਨਾਂ ਨੇ, ਬਹੁਤ ਸਾਰੀਆਂ ਜੂਨਾਂ ਨੇ ਜਿਨ੍ਹਾਂ ਵਿੱਚ ਸਭ ਕੁਝ ਮਿਲਦਾ ਹੈ। ਬੱਚੇ ਤੇ ਕੀੜੀਆਂ ਦੇ ਵੀ ਹੁੰਦੇ ਨੇ, ਸੱਪਾਂ ਸਪੋਲਿਆਂ ਦੇ ਵੀ ਬੱਚੇ ਹੁੰਦੇ ਨੇ। ਜੇ ਬੰਦੇ ਨੇ ਬੱਚੇ ਪੈਦਾ ਕਰ ਲਏ ਤਾਂ ਕਿਹੜਾ ਆਖਰ ਆ ਗਈ ਬਈ? ਇਹ ਕਿਹੜਾ ਵੱਡੀ ਗੱਲ ਹੈ? ਸਿਰਫ ਬੱਚੇ ਪੈਦਾ ਕਰਨਾ ਹੀ ਤਾਂ ਨਹੀਂ ਸਭ ਕੁਝ ਹੈਗਾ। ਕੇਵਲ ਖਾ ਪੀ ਲੈਣਾ ਹੀ ਸਭ ਕੁਝ ਨਹੀਂ ਹੈਗਾ। ਖਾਣ ਪੀਣ ਦੇ ਵਿੱਚ
बाकी जूनियां भी हैगियां, वो भी खांदियां पींदियां ने। भुखा तो रब ने अज तक कदे किसी को नहीं मरन दिता। सिर सिर रिजक संभाहे ठाकुर काहे मन भाओ करिया। 84 लाख जूना चो 42 पानी च ने। चलो 84 लाख जूना दे विचों तो असीं मन सकते हैं भी कुछ बंदे ने खट कमा लिया, कुछ बंदे दे रहम ते जूना पल गई। फिर सतगुरु बाणी च पुछदे ने, कहते भाई पानी च तो कोई मार्केट नहीं है, कोई हट्टी नहीं है, उत्थे हट ना चले ही ना को किरस करे। पानी च कोई जॉब हैगी है जिथों लोग पैसे पैदा करके प्रतिपालना करते होणगे। 42 लाख जूना पानी च ने, वो किवें पलदियां ने? कोई भुखा मरिया? कोई तुसीं सुने भी मच्छी भुखी मर गई है ना। जियां का आहार जी खाना ये करे। एक जीव नूं दूजा खाई जाता, गुजारा हो ही जाता है। छोटी मच्छी नूं वड्डी खा लैंदी है तो ठीक है। हाँ जी। शूकर सवान आद पस जेऊ कर्मा धीन पाए सब तेऊ। सतगुरु दा ज्ञान जिहड़ा है ये ज्ञान बिल्कुल उवें सिमिलर है। भगत प्रहलाद कहन लगा, वेखो सूर कुत्ते पशु ये कर्माधीन पाए सब तेऊ, ये अपने अपने कर्मां दे नाल ये भी सब कुछ पा लैंदे ने। कि अज कुत्ते कारां विच नहीं फिरदे, ये उन्हां दे कर्म ने। सूर जेड़े ने, पशु जेड़े ने, कि ये अपने कर्मां दे अधीन, कि ये भोग नहीं भोगदे। मैं तो वेख्या एक गली च कुत्ता वो भी है जिन्होंने कुछ भी नहीं मिलता। एक कुत्ता वो जिहड़ा अजकल सियाल च पेटीकोट पाई फिरदा, पता नहीं किहड़ा बन दिंदा उहदे लक दे उत्ते रजाई जी बधी हुंदी है। हुण ये भी उहदे कर्म ने। इहो जिहे कुत्ते नूं मेरा ख्याल रोटी भी प्लेट च मिलदी होएगी, किसी ठूठे भांडे च दुध भी मिलता होएगा। ये सब कुछ कर्म अधीन है, पशुआं नूं, पंछियां नूं, जानवरां नूं। हाँ जी। इंदरी सुख पायत सब ठौरा बिन प्रयास खग आद जे औरा। पंछियां तक बिना प्रयास तो इंद्रियां दे सुख सब माणदे ने। हाँ जी। बिन शंका ते बासुर राती काम चेष्टा करत सुहाती। इन्हां विच काम चेष्टा भी है। बिन शंका ते बासुर राती, दिन रात ये वखरियां वखरियां जूनां दे जीव इहदे विच भी प्रवृत्त ने। हाँ जी। एह तन भजन हेत है दीनो बाद न कोव सुनो पर बीनो। इस करके ये तन भजन हेत, ये शरीर सिर्फ बंदगी वास्ते मिले है। रही काम चेष्टा की गल, रही भोग की गल, रही खाण पीण की गल, रही घर बनाउण की गल। हुण बिजड़े वर्गा घर तो कोई भी नहीं बना सकता। मतलब कुदरत नूं वेखण दी लोड़ है। जो कुदरत नूं वेखोगे फिर अपने आप तुहाडे मुख तो निकलेगा कि कुदरत करके वसिया सोए। ऐसी कुदरत। पिछले दिन ही मैनू किसी ने पंछियां दियां, फुल्लां दियां फोटो भेजियां। मैं कहना भी उत्थे जाके वो कह लो भी बंदे दी कलाकृत उत्थे किते भी नहीं हैगी। बंदा तो काम फोटो बनावे तो कहता जी मेरी 5 लाख दी है जी। तू एक पंछी इदां दा बना के विखा दे, तू एक इदां दा फुल बना के विखा दे, इदां दे पेड़ पौधे बना के विखा दे। तू देखो आप तो 2-4 पेड़ पौधों को जानते हैं, आपनों अजे पूरी प्रकृति का ज्ञान नहीं है। ऐसे पौधे भी है जिहड़े बिना पानी तो भी रह लेंदे ने। जिहड़े अरब कंट्री ने कि उत्थे ग्रीनरी नहीं हैगी, हुण हो रही है। इत्थे भी आ गए ने इदां दे पेड़ पौधे जिन्हां नूं बहुत घट ना मात्र पानी की लोड़ है। हाँ जी। ज्यों बिन मांगे ते दुख आवे
ਤਿਉ ਹੀ ਯਤਨ ਬਿਨਾ ਸੁਖ ਪਾਵੈ। ਬੰਦਿਆ ਜੇ ਬਿਨਾ ਮੰਗਣ ਤੋਂ ਦੁੱਖ ਆਉਂਦੇ ਨੇ, ਇਹ ਚੇਤਾ ਰੱਖੀ ਸੁੱਖ ਵੀ ਐਵੇਂ ਹੀ ਆਉਂਦੇ ਨੇ। ਦੁੱਖ ਤਾਂ ਕਿਸੇ ਨਹੀਂ ਮੰਗੇ ਨਾ। ਕੋਈ ਸੁਣਿਆ ਕਿਸੇ ਮੰਦਿਰ ਗੁਰਦੁਆਰੇ ਗਿਆ ਹੋਵੇ ਕਿ ਮਹਾਰਾਜ ਮੈਨੂੰ ਬੁਖਾਰ ਚੜਾ ਦਿਓ, ਮੈਨੂੰ ਕਰੋਨਾ ਦੇ ਦਿਓ, ਮੇਰੀ ਲੱਤ ਵੱਢ ਦਿਓ, ਮੈਨੂੰ ਸ਼ੂਗਰ ਕਰ ਦਿਓ, ਮੈਨੂੰ ਬਲੱਡ ਪ੍ਰੈਸ਼ਰ ਕਰ ਦਿਓ? ਸੁਣਿਆ ਕਿਸੇ ਨੇ? ਪਰ ਇਹ ਸਾਰੀਆਂ ਬਿਮਾਰੀਆਂ ਆਉਂਦੀਆਂ ਨੇ ਨਾ ਸਾਡੇ ਘਰ 'ਚ। ਜਿਵੇਂ ਬਿਨਾ ਮੰਗਣ ਤੋਂ ਦੁੱਖ ਆਉਂਦੇ ਨੇ, ਭਗਤ ਪ੍ਰਹਿਲਾਦ ਨੇ ਬੱਚਿਆਂ ਨੂੰ ਸਮਝਾਇਆ ਵੀ ਸੁੱਖ ਵੀ ਬਿਨਾ ਮੰਗਣ ਤੋਂ ਆਉਂਦੇ ਨੇ। ਸਿਰਫ ਇਹ ਵੀ ਅਸੀਂ ਉੱਥੇ ਰੱਬ ਦਾ ਥੈਂਕ ਯੂ ਨਹੀਂ ਕੀਤਾ, ਕਦਰ ਨਹੀਂ ਕੀਤੀ। ਦੁੱਖ ਤੇ ਕਿੰਨੇ ਕੁ ਆਏ ਨੇ ਸਾਨੂੰ, ਔਰ ਕਿੰਨੇ ਚਿਰ ਬਾਅਦ ਆਏ ਨੇ। ਸੁੱਖ ਤੇ ਜੰਮਣ ਤੋਂ ਪਹਿਲਾਂ ਹੀ ਆ ਗਏ। ਦੇਖੋ, ਸਾਨੂੰ ਰੱਬ ਨੇ ਮਾਂ ਦੀ ਕੁੱਖ ਵਿੱਚ ਪਾਲਿਆ। ਕੀ ਤੁਹਾਨੂੰ ਪਤਾ ਹੈ ਰੇਤੇ ਵਿੱਚ ਵੀ ਬੱਚੇ ਜੰਮਦੇ ਨੇ? ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਸ ਨਾਹੀ। ਜਿਹੜਾ ਕੱਛੂ ਕੁੰਮਾ, ਉਹਦੇ ਬੱਚੇ ਕਿੱਥੇ ਹੁੰਦੇ ਨੇ? ਕੱਛੂ ਕੁੰਮੀ ਬਾਹਰ ਨਿਕਲਦੀ ਹੈ ਪਾਣੀ ਚੋਂ, ਰੇਤੇ ਵਿੱਚ ਡੂੰਘੀ ਥਾਂ ਤੇ ਜਾ ਕੇ ਆਂਡਾ ਦਿੰਦੀ ਹੈ ਤੇ ਫਿਰ ਵਾਪਸ ਪਾਣੀ ਵਿੱਚ ਚਲੀ ਜਾਂਦੀ ਹੈ। ਹੁਣ ਉਸ ਰੇਤੇ ਵਿੱਚੋਂ, ਆਂਡੇ ਦੇ ਵਿੱਚੋਂ ਬੱਚਾ ਪੈਦਾ ਹੁੰਦਾ ਹੈ। ਸਾਨੂੰ ਰੱਬ ਨੇ ਰੇਤੇ 'ਚ ਤਾਂ ਪੈਦਾ ਨਹੀਂ ਕੀਤਾ ਨਾ। ਜਿਸ ਮਾਂ ਨੇ ਸਾਨੂੰ ਜਨਮ ਦਿੱਤਾ ਹੈ, ਉਸ ਮਾਂ ਨੇ ਸਾਡੀ ਜੰਮਣ ਤੋਂ ਪਹਿਲਾਂ ਖੁਰਾਕ ਦਾ ਵੀ ਧਿਆਨ ਰੱਖਿਆ। ਇਹ ਨਹੀਂ ਕਿ ਹੁਣ ਡਾਕਟਰ ਰੱਖਦੇ ਨੇ। ਪਹਿਲਾਂ ਜਿਹੜੀਆਂ ਸੱਸਾਂ ਹੁੰਦੀਆਂ ਸੀ ਉਹ ਜ਼ਿਆਦਾ ਸਿਆਣੀਆਂ ਹੁੰਦੀਆਂ ਸੀ। ਕਹਿੰਦੀ ਧੀਏ, ਹੁਣ ਤੇਰੇ ਘਰ ਪੁੱਤਰ ਦੀ, ਬੱਚੇ ਦੀ ਉਮੀਦਵਾਰੀ ਹੈ ਤੇ ਤੂੰ ਸੋਚ ਕੇ ਖਾਣਾ ਹੈ। ਉੱਚੀ ਨੀਵੀਂ ਥਾਂ ਪੈਰ ਵੀ ਸੋਚ ਕੇ ਰੱਖਣਾ ਹੈ। ਤੂੰ ਅਨੰਦਰ ਬਾਹਰ ਵੀ ਜਿਹੜਾ ਹੈ ਨਾ, ਉਹ ਪਹਿਲਾਂ ਵਾਂਗੂ ਨਹੀਂ ਜਾਣਾ ਕਿਤੇ ਵੀ। ਇਹ ਸਭ ਕੁਝ ਸਾਨੂੰ ਜਨਮ ਤੋਂ ਪਹਿਲਾਂ ਮਿਲ ਗਿਆ। ਅਜੇ ਸਾਡਾ ਜਨਮ ਨਹੀਂ ਹੋਇਆ, ਸਾਰੇ ਪਰਿਵਾਰ ਵਾਲੇ ਅਲਰਟ ਨੇ ਸਾਡੀ ਸੰਭਾਲ ਕਰਨ ਵਾਸਤੇ। ਜੇ ਦੁੱਖ ਮੰਗੀ ਦੇ ਨਹੀਂ ਤੇ ਫਿਰ ਵੀ ਆਉਂਦੇ ਨੇ, ਤੇ ਚੇਤਾ ਰੱਖਣਾ ਵੀ ਸੁੱਖ ਵੀ ਮੰਗਿਆ ਨਹੀਂ ਆਉਂਦੇ। ਕਿੰਨੇ ਕੁ ਮੰਗ ਕੇ ਕਿੰਨੇ ਕੁ ਸੁੱਖ ਮਿਲੇ ਨੇ। ਕਦੇ ਆਪਣੀ ਜ਼ਿੰਦਗੀ 'ਚ ਤੁਸੀਂ 2, 4, 5 ਗੱਲਾਂ ਲਿਖਿਓ ਤੇ ਸਹੀ ਨਾ ਵੀ ਆਹ ਚੀਜ਼ ਮੈਂ ਮੰਗ ਕੇ ਲਈ, ਆਹ ਵੀ ਮੰਗ ਕੇ ਲਈ, ਆਹ ਵੀ ਮੰਗ ਕੇ ਲਈ। ਜੇ ਮਿਲੀਆਂ ਵੀ ਹੋਣਗੀਆਂ ਤੇ ਉਹ ਇਹਨਾਂ 10 ਉਂਗਲਾਂ 'ਚ ਹੀ ਮੁੱਕ ਜਾਣਗੀਆਂ। ਇੰਨੀਆਂ ਕੀ ਹੋਣੀਆਂ? ਪਰ ਜਿੰਨੀਆਂ ਚੀਜ਼ਾਂ ਤੇਰੇ ਕੋਲ ਨੇ, ਇਹਦਾ ਅਰਥ ਕੀ ਹੈ? ਬਾਕੀ ਤੇ ਬਿਨਾਂ ਮੰਗੇ ਹੋਏ ਮਿਲੀਆਂ ਨੇ। ਬਿਨ ਮੰਗੈ ਮੋਤੀ ਮਿਲੈ, ਮੰਗੇ ਮਿਲੇ ਨਾ ਭੀਖ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਹੈ। ਪਰ ਜਦੋਂ ਤੁਸੀਂ ਦਾਨਸ਼ਵਰਾਂ ਦੇ ਬੋਲ ਸੁਣੋਗੇ ਤੇ ਇਹ ਜੀਆਂ ਉਦਾਹਰਨਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਹਾਂਜੀ। ਤਾਂ ਤੇ ਭੋਗਣ ਹੇਤ ਉਪਾਊ, ਕਰੀਐ ਨਹੀਂ ਕਦਾਚਿਤ ਕਾਊ। ਇਸ ਕਰਕੇ ਭੋਗ ਭੋਗਣ ਵਾਸਤੇ ਉਪਾਅ ਨਹੀਂ ਕਰਨੇ ਚਾਹੀਦੇ। ਜੋ ਤੁਹਾਡੇ ਭਾਗਾਂ ਦੇ ਨੇ ਤੁਹਾਨੂੰ ਮਿਲ ਜਾਣੇ ਨੇ। ਕੌਣ ਰੋਕ ਸਕਦਾ? ਹਾਂਜੀ। ਜਬ ਲਹੁ ਮ੍ਰਿਤ ਨਾ ਹੋਏ ਸਰੀਰਾ, ਤਬ ਲਹੁ ਸਿਮਰੋ ਗੁਣੀ ਗਹੀਰਾ। ਇਸ ਕਰਕੇ ਜਦੋਂ ਤੱਕ ਮੌਤ ਨਹੀਂ ਆਉਂਦੀ, ਉਦੋਂ ਤੱਕ ਤੁਹਾਨੂੰ ਰੱਬ ਦੇ ਗੁਣ ਗਾਉਣੇ ਚਾਹੀਦੇ ਨੇ, ਰੱਬ ਦੀ ਭਗਤੀ ਕਰਨੀ ਚਾਹੀਦੀ ਹੈ। ਹਾਂਜੀ। ਸੁਣੋ ਆਰ ਬਲ ਬਿਤੇ ਜੇ ਹੋਤੇ, ਅਰਧ ਜਾਨ ਨਿੰਦਰਾਂ ਬਸ ਸੋਤੇ। ਸੁਣੋ, ਆਰਬਲ ਜਿਹੜੀ ਹੈ, ਬਿਤੇ ਜੇ ਹੋਤੇ, ਬੰਦੇ ਦੀ ਉਮਰ ਇਸ ਤਰ੍ਹਾਂ ਜਾਂਦੀ ਹੈ। ਸਾਡੀ ਉਮਰ ਬੀਤਦੀ ਕਿਵੇਂ ਹੈ? ਭਗਤ ਪ੍ਰਹਿਲਾਦ ਆਪਣੇ ਸਾਥੀ ਬੱਚਿਆਂ ਨੂੰ ਸਮਝਾਉਂਦਾ ਹੈ, ਅਰਧ ਜਾਨ ਨਿੰਦਰਾ ਬਸ ਹੋਤੇ। ਅੱਧੀ ਉਮਰ ਤੁਸੀਂ, ਜਿੰਨੀ ਤੁਹਾਡੀ ਉਮਰ ਹੈ, ਸੋਚ ਲਓ ਅੱਧੀ ਤੁਸੀਂ ਸੌ ਕੇ ਕੱਟਣੀ ਹੈ। 40 ਸਾਲ ਤੇ 20 ਸਾਲ ਸੁੱਤੇ ਰਹਿਣਾ ਹੈ ਤੁਸੀਂ, 80 ਹੈ ਤੇ 40 ਸਾਲ ਸੁੱਤੇ ਰਹਿਣਾ ਹੈ, 100 ਹੈ ਤੇ 50 ਸਾਲ ਤਾਂ ਸੌ ਕੇ ਕੱਟ ਜਾਣੇ ਨੇ, ਰਹੀ ਬਾਕੀ 50 ਸਾਲ। ਹਾਂਜੀ। ਬਾਲਕ ਮੁਗਧ ਬੁੱਧ ਮਹਿ ਕੇਤੀ, ਸੁਧ ਬਹੀਨ ਬੀਤੈ ਸਭ ਤੇਤੀ। ਕੁਝ ਉਮਰ ਤੁਹਾਡੀ ਬਚਪਨ ਵਿੱਚ, ਅਣਜਾਣਪਣੇ ਵਿੱਚ ਬੀਤ ਗਈ, ਜਦੋਂ ਤੁਹਾਨੂੰ ਸੁੱਧ ਨਹੀਂ ਸੀ, ਅਜੇ ਸਮਝ ਹੀ ਨਹੀਂ ਸੀ ਆਪਣੀ। 10-11 ਸਾਲ ਤੱਕ ਬੱਚੇ ਨੂੰ ਕੀ ਸਮਝ ਹੁੰਦੀ ਹੈ?
ਵੇਖੋ ਜੇ ਬੰਦੇ ਦੀ 80 ਸਾਲ ਉਮਰ ਹੋਵੇ ਤੇ 40 ਤੇ ਇਦਾਂ ਚਲੀ ਗਈ ਸੌਂ ਕੇ, ਤੇ 10-11 ਸਾਲ ਦੀ ਉਮਰ ਤੁਹਾਡੀ ਇਦਾਂ ਚਲੀ ਗਈ ਵੀ ਤੁਹਾਨੂੰ ਸਮਝ ਹੀ ਨਹੀਂ ਸੀ, ਪਤਾ ਹੀ ਨਹੀਂ ਸੀ। ਵੇਖੋ ਸਰਕਾਰ ਵੀ ਮੰਨਦੀ ਹੈ ਵੀ 18 ਤੱਕ ਬੱਚਾ ਜਿਹੜਾ ਮਾਈਨਰ ਹੈ, ਨਾ ਵੋਟ ਪਾ ਸਕਦਾ ਹੈ, ਨਾ ਉਹਦੇ ਨਾਂ ਤੇ ਅਕਾਊਂਟ ਖੋਲ੍ਹ ਸਕਦਾ ਹੈ, ਨਾ ਉਹਦੀ ਸ਼ਾਦੀ ਹੋ ਸਕਦੀ ਹੈ, ਉਹਨੂੰ ਡਿਸੀਜਨ ਮੇਕਰ ਮੰਨਿਆ ਹੀ ਨਹੀਂ ਹੈ। 18 ਸਾਲ ਤੱਕ ਤਾਂ ਸਮਾਜ ਨੇ ਮਨਾ ਕਰ ਦਿੱਤਾ ਵੀ ਨਹੀਂ, ਇਹਨੂੰ ਕੋਈ ਅਕਲ ਨਹੀਂ ਹੈਗੀ, ਇਹ ਆਪਣੇ ਆਪ ਫੈਸਲਾ ਕਰਨ ਦੇ ਲਾਇਕ ਨਹੀਂ ਹੈਗਾ। ਹਾਂਜੀ। ਭਇਓ ਤਰਨ ਤਰਨੀ ਤਬ ਜੀਤਾ, ਦਰਬ ਕਮਾਵਣ ਚਿੰਤਾ ਚੀਤਾ। ਜਵਾਨ ਹੋਇਆ, ਇੰਦਰੀਆਂ ਦੇ ਵਸ ਹੋ ਗਿਆ, ਫਿਰ ਕੀ ਹੈ, ਫਿਰ ਘਰ ਬਣਾ ਲਿਆ, ਤੇ ਰਹੀ ਗੱਲ ਇੱਕੋ ਹੀ ਚਿੰਤਾ ਹੈ, ਪੈਸੇ ਕਿੱਥੋਂ ਕਮਾਉਣੇ ਨੇ, ਪੈਸੇ ਕਿੱਥੋਂ ਇਕੱਠੇ ਕਰਨੇ ਨੇ, ਪੈਸੇ ਕਿੱਥੋਂ ਆਉਣਗੇ। ਜੇ ਜਵਾਨੀ ਆਈ ਤੇ ਇੱਧਰ ਨੂੰ ਦੌੜ ਪਿਆ। ਹਾਂਜੀ। ਯਰਾਗ੍ਰਸਤ ਬਹੁ ਭਾ ਪ੍ਰਾਨੀ, ਇੰਦਰੀ ਸੇ ਥਲ ਸੁਮਥ ਬਿਕਲਾਨੀ। ਹੌਲੀ ਹੌਲੀ ਇੰਦਰੀਆਂ ਕਮਜ਼ੋਰ ਹੋ ਗਈਆਂ, ਅੱਖਾਂ ਦੀ ਜੋਤ ਘਟਣੀ, ਕੰਨਾਂ ਦਾ ਸਰੋਤ ਘਟਣਾ, ਗਲੇ ਦੀ ਆਵਾਜ਼ ਘਟ ਜਾਣੀ। ਦੇਖੋ ਮੈਂ ਪਿੰਡਾਂ 'ਚ ਐਸੇ ਲੋਕ ਵੇਖੇ ਹੁੰਦੇ ਸੀ ਕਿ ਜਦੋਂ ਕਿਤੇ ਉਹਨਾਂ ਦੀ ਰਾਤ ਨੂੰ ਖੇਤ ਵਿੱਚ ਪਾਣੀ ਦੀ ਵਾਰੀ ਆਉਣੀ ਤੇ ਉਹਨਾਂ ਨੇ ਪਿੱਛੇ ਖਾਲੇ, ਤੇ ਅਸੀਂ ਤਾਂ ਕੱਸੀ ਕਹਿੰਦੇ, ਸਾਡੇ ਇਲਾਕੇ 'ਚ ਉਹਨੂੰ ਕੱਸੀ ਕਹਿੰਦੇ ਨੇ, ਜਿੱਥੋਂ ਪਾਣੀ ਲੰਬਾ ਕਿਤੇ ਕਿਸੇ ਨਹਿਰ 'ਚੋਂ ਕਿਸੇ ਸੂਏ 'ਚੋਂ ਨਿਕਲ ਕੇ ਆਉਂਦਾ, ਜਦੋਂ ਪਿੱਛੇ ਜਾ ਕੇ ਉਹਨੇ ਗੇੜਾ ਮਾਰ ਕੇ ਦੂਜੇ ਨੂੰ ਆਵਾਜ਼ ਮਾਰਨੀ ਤੇ ਪਿੰਡਾਂ 'ਚ ਸੁੱਤਿਆ ਪਿਆ ਕਹਿਣਾ ਅੱਜ ਲੱਗਦਾ ਉਹਨਾਂ ਦੀ ਪਾਣੀ ਦੀ ਵਾਰੀ, ਉਹਨੇ ਆਵਾਜ਼ ਦਿੱਤੀ ਹੈ। ਕਈ ਮੀਲਾਂ ਤੱਕ ਗਲੇ ਦੀ ਆਵਾਜ਼ ਜਾਂਦੀ ਹੈ। ਤੇ ਕਈ ਮੇਰੇ ਵਰਗੇ ਐਸੇ ਵੀ ਨੇ ਕਿ ਸਪਤ ਪਤਾਲ ਕੀ ਬਾਣੀ, ਬਾਣੀ ਐਵੇਂ ਹੈ ਵੀ ਜਿਵੇਂ 7ਵੇਂ ਪਤਾਲ 'ਚੋਂ ਬੰਦਾ ਬੋਲਦਾ ਹੋਵੇ, ਉੱਤੇ ਕੋਲ ਬੈਠਿਆ ਨਹੀਂ ਸੁਣਦੀ, ਤਾਂ ਆਪਾਂ ਕਹਿੰਦੇ ਵੀ ਖੂਹ 'ਚੋਂ ਬੋਲਦਾ, ਤੇਰੀ ਆਵਾਜ਼ ਬਾਹਰ ਕਿਉਂ ਨਹੀਂ ਨਿਕਲਦੀ ਬਈ। ਆਵਾਜ਼ ਚਲੀ ਗਈ, ਕੰਨਾਂ ਦੇ ਸਰੋਤ ਚਲੇ ਗਏ, ਅੱਖਾਂ ਦੀ ਜੋਤ ਚਲੀ ਗਈ, ਹੱਥਾਂ ਪੈਰਾਂ ਦਾ ਬਲ ਸ਼ਕਤੀ ਚਲੀ ਗਈ। ਹਾਂਜੀ। ਗਿਰਹਾ ਸ਼ਕਤ ਮੈਂ ਮੋਹੇ ਬਿਸਾਲਾ, ਭੁਖਨ ਕੁਟੰਬ ਬਿਤਾਇਓ ਕਾਲਾ। ਗ੍ਰਹਿ ਸ਼ਕਤੀ ਦੇ ਵਿੱਚ ਮਨੁੱਖ ਪ੍ਰਵਿਰਤ ਹੋ ਗਿਆ, ਤੇ ਜਦੋਂ ਆਪ ਕਰਨ ਜੋਗਾ ਨਹੀਂ ਰਿਹਾ ਤੇ ਫਿਰ ਹੁਣ ਕਹਿੰਦਾ ਹੈ ਵੀ ਮੇਰੀ ਇੱਥੇ ਮੰਜੀ ਵਿਹੜੇ 'ਚ ਡਾਓ ਤੇ ਕਾਕਾ ਮੇਰੇ ਕੋਲ ਬਵੋ, ਮੈਂ ਤੁਹਾਨੂੰ ਦੱਸਾਂ ਪੈਸੇ ਕਿਵੇਂ ਕਮਾਈਦੇ ਨੇ, ਕੰਮ ਕਿਵੇਂ ਕਰੀਦਾ ਹੈ। ਕਹਿੰਦਾ ਮੈਨੂੰ ਦੁਕਾਨ ਤੇ ਲੈ ਜਾਓ, ਮੈਂ ਤੁਹਾਨੂੰ ਢੰਗ ਦੱਸਾਂਗਾ। ਰਹਿੰਦੀ ਉਮਰ ਉਹਦੀ ਘਰ ਨੂੰ ਸੰਭਾਲਣ ਤੇ ਬੱਚਿਆਂ ਨੂੰ ਪੜ੍ਹਾਉਣ ਤੇ ਲੱਗ ਗਈ, ਉਹਨਾਂ ਨੂੰ ਸਿਖਾਉਣ ਤੇ ਲੱਗ ਗਈ। ਹਾਂਜੀ। ਰਾਜ ਸਨੇਹ ਪਰਿਵਾਰ ਬਧਾਨਾ, ਛੁਟਿਓ ਕਠਨ ਬਿਨਾ ਗੁਰ ਗਿਆਨਾ। ਇਸ ਕਰਕੇ ਰੁੱਝ ਸਨੇਹ ਪਰਿਵਾਰ ਬੰਧਾਨਾ, ਛੁਟਣੋਂ ਕਠਨ ਬਿਨਾ ਗੁਰ ਗਿਆਨਾ। ਪਰਿਵਾਰ ਦੀ ਰੱਸੀ ਦੇ ਨਾਲ ਬੰਦਾ ਬੱਝਾ ਰਿਹਾ, ਕਿਸੇ ਸੰਗਲ ਨੇ ਨਹੀਂ ਬੱਧਾ, ਕੋਈ ਉਹਦੇ ਬੇੜੀਆਂ ਨਹੀਂ ਪਾਈਆਂ, ਕਿਸੇ ਨੇ ਅੰਦਰ ਬਿਠਾ ਕੇ ਬਾਹਰੋਂ ਜਿੰਦਰਾ ਨਹੀਂ ਮਾਰਿਆ। ਪਰਿਵਾਰ ਦੀ ਮੋਹ ਦੀ ਐਸੀ ਰੱਸੀ ਸੀ ਵੀ ਉਹ ਬੰਦਾ ਘਰੋਂ ਨਿਕਲ ਹੀ ਨਹੀਂ ਸਕਿਆ। ਬੁੱਢਾ ਹੋ ਗਿਆ, ਜੇ ਹੁਣ ਵੀ ਤੁਸੀਂ ਉਹਨੂੰ ਕਹੋ ਵੀ ਬਾਪੂ ਗੁਰਦੁਆਰੇ ਜਾਣਾ ਹੈ, ਵੀ ਕਾਕਾ ਚਲੇ ਤੇ ਜਾਵਾਂ, ਤੇ ਉਹ ਅਜੇ ਪੋਤਰੇ ਨੇ ਬੱਸ ਚੜ੍ਹਨਾ ਹੈ, ਤੇ ਜੇ ਉਹ ਇੱਥੋਂ ਬੱਸ ਲੰਘ ਗਈ ਤੇ ਜਦੋਂ ਆਵਾਜ਼ ਆਏਗੀ ਤੇ ਮੈਂ ਅੰਦਰ ਦੱਸਾਂਗਾ ਵੀ ਬੱਸ ਆ ਰਹੀ, ਪੁੱਛੋ ਵੀ ਤੇਰੇ ਮਰਨ ਤੋਂ ਬਾਅਦ ਆਵਾਜ਼ ਕੌਣ ਦੇਗਾ। ਇਹ ਰੱਸੀ ਹੈ, ਪਰਿਵਾਰ ਦੀ ਰੱਸੀ, ਜਿਹਦੇ ਵਿੱਚ ਆਪਾਂ ਸਾਰੇ ਬੱਧੇ ਹੋਏ ਆ। ਕੰਮ ਸਾਰੇ ਹੋਣਗੇ, ਮੈਂ ਨਹੀਂ ਹੋਵਾਂਗਾ ਸਾਥ ਤਾਂ ਵੀ ਸਾਰੇ ਹੋਣਗੇ, ਜਦੋਂ ਮੈਂ ਨਹੀਂ ਹੁੰਦਾ ਸੀ ਉਦੋਂ ਵੀ ਹੁੰਦੇ ਸੀ। ਇਹ ਸਾਨੂੰ ਹੀ ਇੱਕ ਭੁਲੇਖਾ ਪੈ ਗਿਆ ਵੀ ਪਤਾ ਨਹੀਂ ਮੇਰੇ ਕਰਕੇ ਹੀ ਸਭ ਕੁਝ ਹੈ। ਇਹ ਦੁਨੀਆ ਨੇ ਰੁਕਣਾ ਨਹੀਂ ਹੈ। ਦੇਖੋ ਇਹਨਾਂ ਕੰਨਾਂ 'ਚ ਸੁਣਦਿਆਂ ਵੀ ਇਹ ਪ੍ਰਧਾਨ ਮੰਤਰੀ ਮਾੜਾ ਹੈ, ਇਹ ਮਰ ਜਾਏਗਾ ਨਾ, ਇਹ ਜਦੋਂ ਹਟ ਜਾਏਗਾ ਤੇ ਫਿਰ ਪ੍ਰਜਾ ਸੁਖੀ ਹੋ ਜਾਏਗੀ। ਤੇ ਤੁਸੀਂ ਵੇਖ ਲਓ ਅੱਜ ਤੱਕ ਇੱਕ ਤੋਂ ਇੱਕ ਵਧੀਆ ਹੀ ਮਿਲਿਆ ਆਪਾਂ ਨੂੰ। ਇਹ ਚੀਜ਼ਾਂ ਨਹੀਂ ਖਤਮ ਹੋਣੀਆਂ। ਚੰਗੇ ਮਾੜੇ ਬੰਦਿਆਂ ਨੇ ਕਦੇ ਧਰਤੀ ਤੋਂ ਖਤਮ ਹੋਣਾ। ਇਹ ਦੋ ਹੀ ਤੇ ਰੱਬ ਨੇ ਜਾਤੀਆਂ ਪੈਦਾ ਕੀਤੀਆਂ ਨੇ, ਜਾਂ ਸੁਰ ਜਾਂ ਅਸੁਰ, ਜਾਂ ਦੇਵਤੇ ਜਾਂ ਦੈਂਤ, ਜਾਂ ਸੰਤ ਜਾਂ ਸਾਕਤ।
ਜਾਂ ਚੰਗੇ ਜਾਂ ਮਾੜੇ। ਇਹ ਦੋ ਤਰ੍ਹਾਂ ਦੇ ਬੰਦਿਆਂ ਦੇ ਨਾਲ ਹੀ ਤੇ ਦੁਨੀਆ ਦਾ ਜਿਹੜਾ ਹੈ ਇਹ ਸਾਨੂੰ ਪਤਾ ਲੱਗਦਾ ਵੀ ਅੱਛਾ ਕੌਣ ਹੈ ਤੇ ਬੁਰਾ ਕੌਣ ਹੈ। ਹਾਂਜੀ। ਪ੍ਰਭ ਕਰਨਾ ਤੇ ਹੋਏ ਵਿਰਾਗਾ, ਮੋਹਿ ਕੁਟੰਬੈ ਕਰੇ ਤਿਆਗਾ। ਇਸ ਕਰਕੇ ਜੇ ਪ੍ਰਭੂ ਦੀ ਕਿਰਪਾ ਹੋਵੇ, ਗੁਰੂ ਮਿਲੇ ਤੇ ਬੰਦਾ ਛੁੱਟਦਾ ਹੈ, ਪ੍ਰਮਾਤਮਾ ਕਿਰਪਾ ਕਰੇ ਤੇ ਵਿਰਾਗ ਪੈਦਾ ਹੁੰਦਾ ਹੈ, ਫਿਰ ਮੋਹ ਦਾ ਕੁਟੰਬ ਦਾ ਮੋਹ ਜਿਹੜਾ ਹੈ ਉਹ ਬੰਦਾ ਛੱਡਦਾ ਹੈ। ਫਿਰ ਕਹਿ ਦਿੰਦਾ ਵੀ ਨਹੀਂ ਕਾਕਾ ਮੈਂ ਚੱਲਿਆ ਗੁਰਦੁਆਰੇ, ਤੁਸੀਂ ਬੱਚੇ ਆਪਣਾ ਆਪ ਫਿਕਰ ਕਰੋ, ਜੇ ਕੱਲ ਨੂੰ ਮੈਂ ਨਾ ਰਿਹਾ ਤੇ ਫਿਰ ਤੁਹਾਨੂੰ ਕੌਣ ਉਠਾਏਗਾ। ਇਹ ਜ਼ਿੰਮੇਵਾਰੀ ਤੁਸੀਂ ਖੁਦ ਕਰਨੀ ਹੈ। ਤੁਸੀਂ ਕਹੋ ਵੀ ਅੱਜ ਇਹੋ ਜਿਹਾ ਸਭ ਕੁਝ ਹੈ, ਬਿਲਕੁਲ ਹੈ। ਮੈਂ ਨਹੀਂ, ਇਸ ਦਿੱਲੀ ਦੇ ਮੇਰਾ ਖਿਆਲ ਘੱਟੋ ਘੱਟ 10,000 ਬੰਦੇ ਗੱਲ ਜਾਣਦੇ ਹੋਣਗੇ ਕਿ ਇੱਕ ਬਜ਼ੁਰਗ ਪ੍ਰਾਈਵੇਟ ਕੰਮ ਕਰਦਾ ਹੈ, ਆਪਣੀ ਪਰਸਨਲ, ਉਹਦਾ ਸਰਕਾਰੀ ਠੇਕੇਦਾਰ ਹੈ, ਉਮਰ ਹੋ ਗਈ 57 ਸਾਲ। ਉਹਨੇ 56 ਤੋਂ ਕਹਿਣਾ ਸ਼ੁਰੂ ਕੀਤਾ ਬੱਚਿਆਂ ਨੂੰ ਕਿ ਭਾਈ ਆਪਣਾ ਕੰਮ ਜਿਹੜਾ ਹੈ ਨਾ ਉਹਦਾ ਭਾਰ ਵੰਡ ਲਓ, ਆਪਣੀ ਆਪਣੀ ਜ਼ਿੰਮੇਵਾਰੀ ਲੈ ਲਓ। ਉਹਨਾਂ ਸੋਚਿਆ ਬਾਪੂ ਮਜ਼ਾਕ ਕਰਦਾ। ਜਿੱਦਣ 57 ਸਾਲ ਰਾਤ ਨੂੰ ਪੂਰੇ ਹੋ ਗਏ, ਅਗਲੇ ਦਿਨ ਉਹ ਕਹਿੰਦੇ ਬਾਪੂ ਜੀ ਚੈੱਕ ਸਾਈਨ ਕਰ ਦਿਓ। ਕਹਿੰਦੇ ਮੈਂ ਤੁਹਾਨੂੰ ਕਿਹਾ ਸੀਗਾ, ਨਹੀਂ ਕੀਤੇ। ਤੁਸੀਂ ਹੈਰਾਨ ਹੋਵੋਗੇ ਐਸਾ ਬੰਦਾ ਮਿਲੇਗਾ ਤੁਹਾਨੂੰ, ਕੰਪਨੀਆਂ ਉਹਦੇ ਨਾਂ ਤੇ ਨੇ। ਨਵਾਂ ਕੰਮ ਲੈਣਾ ਹੈ ਜੀ, ਉਹ ਕਹਿੰਦਾ ਮੈਂ ਜਾਣਾ ਹੀ ਨਹੀਂ ਕਿਤੇ। ਔਰ ਮੇਰਾ ਖਿਆਲ ਹੈ 57 ਤੋਂ ਬਾਅਦ ਘੱਟੋ ਘੱਟ 90 ਸਾਲ ਦੇ ਹੋ ਕੇ ਮਰੇ ਹੋਣੇ। ਮੇਰੇ ਮਿੱਤਰਾਂ ਚੋਂ ਸੀ ਗੁਰਬਖਸ਼ ਸਿੰਘ ਚਾਵਲਾ। ਉਹ ਕਹਿੰਦੇ ਸੀ ਹੁਣ ਮੇਰਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ, ਮੈਂ ਸਰਕਾਰ ਨੇ ਕਿਹਾ ਵੀ 57 ਸਾਲ ਤੱਕ ਬੰਦੇ ਦੀ ਜ਼ਿੰਮੇਵਾਰੀ ਤੇ ਮੈਂ ਨਿਭਾਤੀ ਹੈ। ਕਹਿੰਦੇ ਫਿਰ ਸਾਨੂੰ ਆਨਣ ਫਾਨਣ ਦੇ ਵਿੱਚ ਹੀ ਅਕਾਊਂਟ ਖੋਲਣੇ ਪਏ, ਫਰਮਾਂ ਦੇ ਸਾਰੇ ਨਾਂ ਚੇਂਜ ਕਰਨੇ ਪਏ, ਉਹਦੇ ਵਿੱਚ ਸਿਗਨੇਚਰ ਅਥਾਰਟੀਆਂ ਸਾਰੇ ਉਹ ਚੇਂਜ ਕਰਨਾ ਪਿਆ। ਬਾਪੂ ਖੜਾ ਖੜੋਤਾ ਹੀ ਆਊਟ ਆਫ ਆਰਡਰ ਹੋ ਗਿਆ। ਕਹਿੰਦਾ ਜੀ ਮੈਂ ਨਹੀਂ ਕਰਦਾ, ਨਹੀਂ ਕਰਦਾ, ਨਹੀਂ ਕੀਤਾ। ਔਰ ਮੈਂ ਖੁਦ ਵਿਟਨੈਸ ਹਾਂ, ਮੈਂ 50 ਵਾਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਰੋਪਾ ਦੇਣ ਦੀ। ਉਹ ਕਹਿੰਦੇ ਮੇਰੀ ਜ਼ਿੰਦਗੀ ਦਾ ਨੇਮ ਹੈ, ਨਹੀਂ ਲਿਆ ਸਰੋਪਾ ਉਹਨਾਂ ਨੇ, ਕਦੇ ਵੀ ਨਹੀਂ ਲਿਆ। ਤੇ ਇੱਕ ਮੇਰੇ ਵਰਗੇ ਵੀ ਨੇ ਜਿਹੜੇ ਸ਼ਾਇਦ ਪਤਾ ਨਹੀਂ, ਉਹ ਸਾਡੇ ਨੇ ਇੱਕ ਬਜ਼ੁਰਗ ਕਥਾਵਾਚਕ ਸੀ ਬਾਹਰ। ਉਹ ਜਦੋਂ ਜਾਣਾ ਕਦੇ 3-6 ਮਹੀਨੇ ਕਿਤੇ ਜਾਣਾ ਤੇ ਉਹਨੇ ਉੱਥੇ ਹੀ ਮਿਲਣਾ। ਤਾਂ ਅਸੀਂ ਇੱਕ ਦੂਜੇ ਨੂੰ ਪੁੱਛਣਾ ਵੀ ਇਹ ਬਾਪੂ ਨੇ ਇੰਡੀਆ ਨਹੀਂ ਜਾਣਾ, ਤੇ ਨਾਲ ਦੇ ਨੇ ਪਤਾ ਕੀ ਕਹਿਣਾ, ਕਹਿਣਾ ਨਹੀਂ ਇਹ ਸੀਟ ਤੇ ਬਹਿ ਕੇ ਨਹੀਂ ਜਾਏਗਾ, ਇਹ ਬਾਕਸ 'ਚ ਲੰਮਾ ਪੈ ਕੇ ਜਾਏਗਾ। ਇੱਦਾਂ ਦੇ ਵੀ ਹੈਗੇ ਨੇ ਜਿਨ੍ਹਾਂ ਨੇ ਬਾਕਸ 'ਚ ਲੰਮੇ ਪੈ ਕੇ ਹੀ ਜਾਣਾ ਹੈ। ਵੀ ਕਿਤੇ ਤੇ ਜਾ ਕੇ ਅਸੀਂ ਰੱਜ ਜਾਈਏ ਨਾ, ਕਿਤੇ ਜਾ ਕੇ ਥੱਕ ਜਾਈਏ ਅਸੀਂ ਵੀ ਬਹੁਤ ਹੋ ਗਿਆ। ਪਰਿਵਾਰ ਦੇ ਲਈ ਬਹੁਤ ਕੁਝ ਕਰ ਲਿਆ, ਹੁਣ ਕੁਝ ਮੈਨੂੰ ਆਪਣੇ ਲਈ ਵੀ ਕਰਨਾ ਚਾਹੀਦਾ ਹੈ, ਮੈਨੂੰ ਧਰਮ ਲਈ ਕਰਨਾ ਚਾਹੀਦਾ ਹੈ, ਮੈਨੂੰ ਸਮਾਜ ਲਈ ਕਰਨਾ ਚਾਹੀਦਾ ਹੈ। ਸਿਰਫ ਆਪਣੇ ਨਿੱਜ ਲਈ ਕਰੀ ਜਾਣਾ ਤੇ ਫਿਰ ਹਰ ਜਾਨਵਰ ਆਪਣੇ ਨਿੱਜ ਲਈ ਕਰਦਾ, ਕਿਹਦੇ ਲਈ ਕਰਦਾ? ਕਦੇ ਗਾਂ ਨੂੰ ਕਿਸੇ ਵਾਸਤੇ ਪੱਠੇ ਖਾਂਦਿਆਂ ਵੇਖਿਆ ਤੁਸੀਂ? ਉਹਦਾ ਦੁੱਧ ਕੋਈ ਧੱਕੇ ਨਾਲ ਬਾਲਟੀ 'ਚ ਚੋਲਵੇ ਤੇ ਵੱਖਰੀ ਚੀਜ਼ ਹੈ, ਪਰ ਉਹ ਕਿਸੇ ਦੇ ਵੱਛੇ ਵਾਸਤੇ ਦੁੱਧ ਨਹੀਂ ਧਾਰਦੀ ਗਾਂ। ਦੂਜਾ ਵੱਛਾ ਛੱਡ ਕੇ ਵੇਖਿਓ, ਜੇ ਲੱਤ ਮਾਰ ਕੇ ਮੂੰਹ ਨਾ ਤੋੜ ਦੇਵੇ ਤਾਂ। ਆਪਣੇ ਵਾਸਤੇ ਤੇ ਜਾਨਵਰ ਵੀ ਕਰਦੇ ਨੇ, ਤੂੰ ਕਰ ਲਿਆ ਤੇ ਫਿਰ ਕਿਹੜੀ ਵੱਡੀ ਗੱਲ ਹੋ ਗਈ ਭਾਈ। ਅਗਰ ਤੂੰ ਆਪਣਿਆਂ ਲਈ ਕਰਦਾ ਰਹੇ ਹੋ ਤੇ ਫਿਰ ਤੂੰ ਪਸ਼ੂਆਂ ਤੋਂ ਅੱਗੇ ਨਹੀਂ ਹੈਗਾ। ਕੋਈ ਸਟੇਜ ਤੇ ਐਸੀ ਆਵੇ ਜਿੱਥੇ ਕਵੇ ਵੀ ਨਹੀਂ ਹੁਣ ਮੇਰਿਆਂ ਨੂੰ ਕੋਈ ਲੋੜ ਨਹੀਂ ਹੈ, ਹੁਣ ਤਾਂ ਮੈਨੂੰ ਇਹ ਦੱਸੋ ਵੀ ਮੇਰੀ ਲੋੜ ਕਿਹਨੂੰ ਹੈ, ਮੇਰਿਆਂ ਨੂੰ ਤਾਂ ਕੋਈ ਲੋੜ ਨਹੀਂ ਹੈ। ਭਗਤ ਪ੍ਰਹਿਲਾਦ ਨੇ ਉਹਨਾਂ ਨੂੰ ਸਮਝਾਇਆ ਕਿ ਲੋਕ ਪਰਿਵਾਰ ਦੀ ਰੱਸੀ ਦੇ ਬੰਧਨ ਵਿੱਚ ਬੱਧੇ ਹੋਏ ਨੇ, ਕੋਈ ਸੰਗਲੀ ਨਹੀਂ ਹੈ, ਕੋਈ ਜਿੰਦਰਾ ਨਹੀਂ ਹੈ। ਉਹਨਾਂ ਨੂੰ ਕਿਸੇ ਨੇ ਤਾਲੇ ਵਿੱਚ ਬੰਦ ਨਹੀਂ ਕੀਤਾ, ਉਹ ਪਰਿਵਾਰ ਚੋਂ ਨਿਕਲ ਹੀ ਨਹੀਂ ਪਾਏ, ਸਾਰੀ ਜ਼ਿੰਦਗੀ ਏਦਾਂ ਬੀਤ ਗਈ। ਹਾਂਜੀ। ਜਗਤ ਅਸਾਰ ਜਾਣ ਕਰ ਸਭ ਹੀ, ਗੁਰ ਉਪਦੇਸ਼ ਗਏ ਦਿੜ ਤਬ ਹੀ। ਬੱਚਿਆਂ ਨੂੰ ਸਮਝ ਆ ਗਈ ਕਿ ਜਗਤ ਅਸਾਰ ਹੈ, ਇਹ ਸਦਾ ਨਹੀਂ ਹੈ। ਉਹਨਾਂ ਨੇ ਭਗਤ ਪ੍ਰਹਿਲਾਦ ਦਾ ਗਿਆਨ ਮੰਨਣਾ ਸ਼ੁਰੂ ਕਰ ਦਿੱਤਾ।
ਹਾਂਜੀ। ਆਤਮ ਪੂਰਨ ਜਹ ਕਹਿ ਦੇਖੀ ਨਿਜ ਸਰੂਪ ਕੋ ਲਖੈ ਵਸੇਖੀ। ਉਹ ਹੁਣ ਆਤਮ ਪੂਰਨ ਨਿਜ ਸਰੂਪ ਨੂੰ ਉਹਨਾਂ ਨੇ ਜਾਣਨਾ ਸ਼ੁਰੂ ਕਰ ਦਿੱਤਾ। ਹਾਂਜੀ। ਮਨ ਕੀ ਬਿਰਤ ਟਿਕੇ ਸੁਖ ਰਾਸਾ ਨਿਸਚਲ ਹੋਵੈ ਦਿਡ ਅਭਿਆਸਾ। ਉਹਨਾਂ ਦੇ ਮਨ ਦੀ ਬਿਰਤੀ ਟਿਕਦੀ, ਉਹਨਾਂ ਨੂੰ ਪ੍ਰਮਾਤਮਾ ਦੇ ਵਿੱਚ ਨਿਸ਼ਚਾ ਹੋਣਾ ਸ਼ੁਰੂ ਹੋ ਗਿਆ, ਅਭਿਆਸ ਚੱਲਣਾ ਸ਼ੁਰੂ ਹੋ ਗਿਆ। ਹਾਂਜੀ। ਦੈਂਤ ਪੁੱਤਰ ਸੁਣ ਗਿਰਾ ਉਚਾਰੀ ਹਮੇ ਬਤਾਏ ਬਾਤ ਇਹ ਸਾਰੀ। ਦੈਂਤਾਂ ਦੇ ਪੁੱਤਰਾਂ ਨੇ ਕਿਹਾ ਭਗਤ ਜੀ ਅਸੀਂ ਤੁਹਾਡੀ ਗੱਲ ਮੰਨ ਲਈ, ਅਸੀਂ ਇਸੇ ਰਸਤੇ ਤੇ ਚੱਲਾਂਗੇ, ਪਰ ਇੱਕ ਸਾਡਾ ਸਵਾਲ ਹੈ, ਸਾਨੂੰ ਉਹਦਾ ਉੱਤਰ ਦੇ ਦਿਓ। ਹਾਂਜੀ। ਅਸ ਤੁਮ ਗਿਆਨ ਕਹਾਂ ਤੇ ਪਾਵਾ ਸਰਬਹਿ ਸਾਰ ਅਸਾਰ ਲਖਾਵਾ। ਇਹ ਗਿਆਨ ਤੁਹਾਨੂੰ ਕਿੱਥੋਂ ਮਿਲਿਆ ਹੈ? ਇਹ ਚੰਗੇ ਮਾੜੇ ਦੀ ਮੱਤ ਤੁਹਾਨੂੰ ਕਿੱਥੋਂ ਆਈ ਹੈ? ਹਮ ਤੁਮ ਪੜਤ ਗੁਰੂ ਇੱਕ ਪਾਹੀ ਅਪਰ ਨਿਕਟ ਗਮਣੇ ਕਬ ਨਾਹੀ। ਵੀ ਜਿੱਥੇ ਅਸੀਂ ਪੜ੍ਹਦੇ ਉੱਥੇ ਤੁਸੀਂ ਪੜ੍ਹਦੇ ਹੋ, ਜਿਹੜੇ ਮਾਸਟਰ ਤੁਹਾਨੂੰ ਪੜ੍ਹਾਉਂਦੇ ਨੇ ਉਹੀ ਸਾਨੂੰ ਪੜ੍ਹਾਉਂਦੇ ਨੇ, ਤੇ ਤੁਹਾਨੂੰ ਇਹ ਗਿਆਨ ਕਿੱਥੋਂ ਆਇਆ ਹੈ? ਹਾਂਜੀ। ਔਰ ਨ ਕੋ ਆਵਾ ਇਹ ਥਾਨਾ ਕਬਹੂ ਨਹਿ ਸਤ ਸੰਗ ਮਿਲਾਨਾ। ਇੱਥੇ ਕੋਈ ਪੜਾਉਣ ਕਦੇ ਕੋਈ ਆਇਆ ਹੀ ਨਹੀਂ ਸੰਡੇ ਮਰਕੇ ਤੋਂ ਬਗੈਰ, ਤੇ ਸਤਸੰਗ ਦੇ ਵਿੱਚ ਅਸੀਂ ਤੁਹਾਨੂੰ ਨਹੀਂ ਕਿਤੇ ਜਾਂਦਿਆਂ ਵੇਖਿਆ ਵੀ ਕਿਤੇ ਸਤਸੰਗ ਹੁੰਦਾ ਹੋਵੇ। ਹਾਂਜੀ। ਔਰ ਨ ਆਇਓ ਤੂੰ ਨਹਿ ਗਇਓ ਐਸੋ ਗਿਆਨ ਕਹਾਂ ਤੇ ਭਇਓ। ਕੋਈ ਆਇਆ ਨਹੀਂ ਤੇ ਤੂੰ ਗਿਆ ਨਹੀਂ, ਤੇ ਇਹ ਗਿਆਨ ਤੈਨੂੰ ਕਿੱਥੋਂ ਮਿਲ ਗਿਆ? ਹਾਂਜੀ। ਇਹ ਸੰਸਾਰ ਦੇਹੋ ਮਿਟਾਈ ਤਿਨ ਤੇ ਸੁਣ ਮੈਂ ਗਿਰਾ ਅਲਾਈ। ਇਹ ਸਾਡੀ ਇੱਕ ਸੰਸਾ ਮਿਟਾ ਦਿਓ, ਬਾਕੀ ਅਸੀਂ ਤੁਹਾਡੇ ਬਚਨ ਮੰਨ ਲੈ। ਤਦੋਂ ਫਿਰ ਭਗਤ ਪ੍ਰਹਲਾਦ ਨੇ ਉੱਤਰ ਦਿੱਤਾ। ਹਾਂਜੀ। ਜਬ ਮਮ ਪਿਤ ਤਪ ਹੇਤ ਪਧਾਰਾ ਮੰਦਰਾ ਚੱਲ ਪਰ ਹੱਠ ਵੱਡ ਧਾਰਾ। ਕਹਿੰਦਾ ਮੇਰੇ ਪਿਤਾ ਨੇ ਭਗਤੀ ਕੀਤੀ, ਪਹਿਲਾਂ ਮੰਦਰਾਚਲ ਪਹਾੜ ਤੋਂ ਉਸਨੇ ਭਗਤੀ ਸ਼ੁਰੂ ਕੀਤੀ। ਹਾਂਜੀ। ਸੁਨ ਕਰ ਸ਼੍ਰੋਣ ਸੁਰਨ ਸਮੂਹਾ ਸੈਨ ਬਟੋਰੀ ਕੀਨੀ ਬਹੂਹਾ। ਤਦੋਂ ਫਿਰ ਦੇਵਤਿਆਂ ਨੇ ਫੌਜ ਇਕੱਠੀ ਕੀਤੀ, ਉਹਨਾਂ ਨੇ ਯਤਨ ਕੀਤਾ। ਇਧਰ ਜਿਹੜੇ ਰਾਖਸ਼ ਸੀਗੇ ਉਹਨਾਂ ਨੇ ਯਤਨ ਕੀਤਾ ਹਰਨਾਕਸ਼ ਦੇ ਭਰਾ ਦਾ ਬਦਲਾ ਕਿਵੇਂ ਲਿਆ ਜਾਏ। ਹਾਂਜੀ। ਹਰਖ ਪਰਸ ਪਰ ਬਚਨ ਬਖਾਨਾ ਦਾਨਵ ਕੁਲ ਕੋ ਕਰੋ ਨਿਦਾਨਾ। ਉਧਰ ਦੂਸਰੇ ਪਾਸੇ ਜਿਹੜੇ ਦੇਵਤੇ ਸੀ ਉਹਨਾਂ ਨੇ ਕਿਹਾ ਵੀ ਹਰਨਾਕਸ਼ ਤੇ ਚਲਾ ਗਿਆ ਭਗਤੀ ਕਰਨ, ਤੇ ਇੰਜ ਕਰੋ ਇਹਨਾਂ ਦੀ ਕੁੱਲ ਖਤਮ ਕਰ ਦਿਓ ਰਾਖਸ਼ਾਂ ਦੀ। ਹਾਂਜੀ। ਬਿਨ ਪ੍ਰਯਾਸ ਰਨ ਜੇਸ਼ ਨਿਸ਼ਾਨਾ ਜਿਮ ਪਪੀਲ ਕਾ ਐਹ ਕੀਏ ਹਾਨਾ। ਹੁਣ ਕੀ ਹੋਏਗਾ? ਹੁਣ ਬਿਨਾਂ ਪ੍ਰਯਾਸ ਤੋਂ ਜਿੱਤ ਹਾਸਲ ਹੋ ਜਾਏਗੀ। ਤੇ ਇਹਨਾਂ ਨੇ ਕੀਤਾ ਕਿਵੇਂ? ਕਹਿੰਦੇ ਕੀਤਾ ਐਵੇਂ ਜਿਵੇਂ ਕੀੜੀਆਂ ਰਲ ਮਿਲ ਕੇ ਕਹਿਣ ਵੀ ਸੱਪ ਮਾਰਨਾ ਹੈ, ਤੇ ਹੋ ਸਕਦਾ ਹੈ ਕੀੜੀਆਂ ਰਲ ਜਾਣ, ਭਾਵੇਂ ਲੱਖਾਂ ਕੀੜੀਆਂ ਇਕੱਠੀਆਂ ਹੋ ਜਾਣ ਵੀ ਸੱਪ ਮਾਰਨਾ ਹੈ, ਤੇ ਕੀ ਉਹ ਸੱਪ ਨੂੰ ਮਾਰ ਸਕਦੀਆਂ ਨੇ? ਹਾਂਜੀ। ਕਟਕ ਬਟੋਰ ਆਨ ਰਜਧਾਨੀ ਮੰਡਿਓ ਜੁਧ ਕਰੁੱਧ ਕਰ ਮਾਨੀ। ਇਹਨਾਂ ਨੇ ਫੌਜ ਇਕੱਠੀ ਕੀਤੀ ਤੇ ਮੁਲਤਾਨ ਤੇ ਆ ਕੇ ਹਮਲਾ ਕਰ ਦਿੱਤਾ। ਹਾਂਜੀ। ਦਾਨਵ ਮਿਲ ਇਕ ਠਾਂ ਤੇ ਕਾਲਾ ਦਾਰੁਨ ਸ਼ੰਗਰ ਕੀਨ ਬਿਸਾਲਾ। ਅੱਗੋਂ ਰਾਖਸ਼ਾਂ ਨੇ ਰਲ ਮਿਲ ਕੇ ਬਹੁਤ ਭਿਆਨਕ ਜੰਗ ਦੇਵਤਿਆਂ ਦੇ ਨਾਲ ਲੜੀ। ਗਦਾ ਤਿਰ ਸੂਲਨ ਗਿਰ ਤਰ ਭਾਰੇ ਇਕਹਿ ਬਾਹਰ ਸੁਰਨ ਪਰ ਡਾਰੇ। ਇਹਨਾਂ ਨੇ ਤਰਸ਼ੂਲਾਂ ਮਾਰੀਆਂ, ਗਦਾ ਮਾਰੀਆਂ, ਇੱਕੋ ਵਾਰੀ ਜਦੋਂ ਦੇਵਤਿਆਂ ਤੇ ਵਾਰ ਕੀਤੇ। ਹਾਂਜੀ। ਤੇ ਬਚਾਏ ਇੰਦਰ ਕਰ ਕ੍ਰੋਧਾ ਲੈ ਕਰ ਸੰਗ ਸਰਬ ਨਿਜ ਜੋਧਾ। ਤਦੋਂ ਫਿਰ ਕੀ ਹੋਇਆ? ਇੰਦਰ ਕ੍ਰੋਧਿਤ ਹੋਇਆ, ਉਹ ਫਿਰ ਆਪਣੀ ਫੌਜ ਲੈ ਕੇ ਉਹ ਵੀ ਆ ਗਿਆ। ਹਾਂਜੀ। ਬਜਰ ਹਤਨ ਕੀਏ ਦੈਂਤ ਬਿਹਾਲਾ ਭਾਜੇ ਉਰ ਧਰ ਤਰਾਸ ਬਿਸਾਲਾ। ਇੰਦਰ ਨੇ ਫਿਰ ਬੱਜਰ ਚਲਾਇਆ,
ਬਜਰ ਹਤਨ ਕੀਏ ਦੈਂਤ ਬਹਾਲਾ। ਇੰਦਰ ਦੇ ਬਜਰ ਨੇ ਰਾਖਸ਼ ਮਾਰਨੇ ਸ਼ੁਰੂ ਕੀਤੇ ਤੇ ਰਾਖਸ਼ ਅੱਗੇ ਲਾ ਕੇ ਭੱਜਣੇ ਸ਼ੁਰੂ ਹੋ ਗਏ। ਹਾਂਜੀ। ਪੁੱਤਰ ਕਲਿਤਰ ਨਾ ਮਿੱਤਰ ਸੰਭਾਰਾ, ਪ੍ਰਾਨ ਬਚਾਵਣ ਹੇਤ ਵਿਚਾਰਾ। ਫਿਰ ਕਿਸੇ ਨੇ ਨਾ ਪੁੱਤਰ ਸੰਭਾਲਿਆ ਨਾ ਇਸਤਰੀ ਸੰਭਾਲੀ। ਹੁਣ ਤੇ ਲੋਕ ਆਪਣੇ ਆਪਣੇ ਪ੍ਰਾਣ ਬਚਾਉਂਦੇ ਭੱਜੇ ਜਾਂਦੇ ਨੇ ਦੈਂਤ। ਹਾਂਜੀ। ਭਾਏ ਵਿਜੇ ਕੋ ਅਦਕ ਪੁਰੰਦਰ, ਦੈਤ ਰਾਜ ਕੇ ਆਵਾ ਅੰਦਰ। ਇੰਦਰ ਨੇ ਜਿੱਤ ਹਾਸਲ ਕਰ ਲਈ ਤੇ ਹੁਣ ਉਹ ਸ਼ਹਿਰ ਦੇ ਵਿੱਚ ਆ ਗਿਆ, ਰਾਜਧਾਨੀ ਵਿੱਚ ਆ ਗਿਆ। ਹਾਂਜੀ। ਸਭ ਦਾਨਵ ਕੀ ਸੈਨ ਨੇ ਖੂਟੀ, ਹਰਖਤ ਹਵੈ ਮੁਲਤਾਨ ਸੋ ਲੂਟੀ। ਇਹਨਾਂ ਨੇ ਮੁਲਤਾਨ ਲੁੱਟ ਲਿਆ, ਰਾਖਸ਼ਾਂ ਦੀ ਸੈਨਾ ਭੱਜ ਗਈ। ਹਾਂਜੀ। ਮਮ ਮਾਤਾ ਕੋ ਗਏ ਅਸਰਾਰੀ, ਲੈ ਕਰ ਗਮਨੈ ਨਿਜ ਸ਼ਿੰਗਾਰੀ। ਇੱਥੋਂ ਤੱਕ ਕਿ ਦੇਵਤਿਆਂ ਦਾ ਰਾਜ ਸਥਾਪਿਤ ਕਰਕੇ ਇੰਦਰ ਜਿਹੜਾ ਸੀ ਉਹ ਹਰਨਾਕਸ਼ ਦੀ ਘਰ ਵਾਲੀ ਭਗਤ ਪ੍ਰਹਿਲਾਦ ਦੀ ਮਾਂ ਨੂੰ ਵੀ ਲੈ ਤੁਰਿਆ। ਜਿਵੇਂ ਜੰਗਾਂ ਯੁੱਧਾਂ ਵਿੱਚ ਹੁੰਦਾ ਹੀ ਹੈ, ਉਹਨੂੰ ਪਤਾ ਲੱਗਾ ਵੀ ਹਰਨਾਕਸ਼ ਦੀ ਘਰ ਵਾਲੀ ਹੈ, ਉਹ ਇਹਨੂੰ ਲੈ ਤੁਰਿਆ। ਕਹਿਣ ਲੱਗਾ ਇਹਨੂੰ ਲੈ ਕੇ ਚੱਲਦਾ ਮੈਂ। ਹਾਂਜੀ। ਸਹਿਜ ਸੁਭਾਏ ਚਲੇ ਮਗ ਜਾਈ, ਨਾਰਦ ਮੁਨ ਮਿਲਿਓ ਤਬ ਆਈ। ਜਦੋਂ ਇਹ ਜਾ ਰਿਹਾ ਸੀ ਆਪਣੇ ਇੰਦਰ ਲੋਕ ਨੂੰ, ਅੱਗੋਂ ਨਾਰਦ ਮੁਨੀ ਮਿਲੇ। ਉਹਨਾਂ ਕਿਹਾ ਭਗਵਾਨ ਇਹ ਕੀ ਕਰ ਰਿਹਾ ਹੈ? ਹਾਂਜੀ। ਪਿਖ ਕਰ ਰੇਖ ਔਰ ਉਪਜੀ ਦਾਇਆ, ਕਹਿਣ ਲੱਗਿਓ ਤਬ ਹੈ ਸੁਰ ਰਾਇਆ। ਇਹ ਦੇਵਤਿਆਂ ਦੇ ਰਾਜੇ, ਇਹ ਯੋਗ ਨਹੀਂ। ਤੁਹਾਡੀ ਦੁਸ਼ਮਣੀ ਅਲੱਗ ਚੀਜ਼ ਹੈ, ਪਰ ਤੁਸੀਂ ਉਹਦੀ ਘਰ ਵਾਲੀ ਨੂੰ ਲੈ ਜਾਓ, ਇਹ ਤਾਂ ਯੋਗਤਾ ਹੀ ਨਹੀਂ ਹੈ। ਹਾਂਜੀ। ਬਿਨ ਅਪਰਾਧ ਨਾਰ ਗਹਿ ਆਨੀ, ਤਜੋ ਬੇਗ ਮਾਨੋ ਮਮ ਬਾਨੀ। ਨਹੀਂ, ਇਹ ਅਪਰਾਧ ਹੈ। ਉਹਦਾ ਕੀ ਕਸੂਰ ਹੈ? ਲੜਾਈ ਤੁਹਾਡੀ ਦੈਂਤਾਂ ਨਾਲ ਹੈ ਤੇ ਤੁਸੀਂ ਹਰਨਾਕਸ਼ ਦੀ ਪਤਨੀ ਨੂੰ ਲੈ ਤੁਰੇ ਹੋ। ਹਾਂਜੀ। ਸੁਨਤ ਸ਼ਰੋਣ ਬੋਲਿਓ ਪੁਰਹੂਤਾ, ਇਸਕੇ ਗਰਭ ਬਲੀ ਹਵੈ ਪੂਤਾ। ਇੰਦਰ ਕਹਿਣ ਲੱਗਾ ਮੈਂ ਤਾਂ ਲੈ ਕੇ ਚੱਲਿਆ ਵੀ ਇਹ ਇਸ ਇਸਤਰੀ ਦੇ ਪੇਟ ਵਿੱਚ ਬੱਚਾ ਹੈ, ਇਹਦੇ ਗਰਭ ਦੇ ਵਿੱਚ ਪੁੱਤਰ ਹੈ। ਹਾਂਜੀ। ਜਨਮਤ ਹੀ ਮਾਰੋ ਮੈਂ ਤਾਹੀ, ਗਹਿ ਆਨੀ ਬਣਤਾ ਹਿਤ ਜਾਹੀ। ਇਸੇ ਕਰਕੇ ਮੈਂ ਹਰਨਾਕਸ਼ ਦੀ ਘਰ ਵਾਲੀ ਲੈ ਕੇ ਆਇਆ ਕਿ ਇਹ ਜਦੋਂ ਬੱਚਾ ਜੰਮੇਗਾ, ਦੈਂਤ ਦਾ ਬੱਚਾ ਦੈਂਤ ਹੀ ਹੋਏਗਾ, ਤੇ ਮੈਂ ਇਹਨੂੰ ਜੰਮਦੇ ਨੂੰ ਮਾਰ ਦਿਆਂਗਾ। ਸਤਿਗੁਰੂ ਕਿਰਪਾ ਕਰਨ। ਸਮਾਜ ਸਮਾਪਤ ਹੈ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।